ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਿਤਾਬਚਿਆਂ ਨੋਟਸਾਂ ਦੇ ਵਿੱਚ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਬਾਰੇ ਅਪਸ਼ਬਦ ਲਿਖੇ ਗਏ। ਅੱਤਵਾਦ ਦੇ ਟੌਪਿਕ ਦੇ ਵਿੱਚ ਸੰਤ ਜਰਨੈਲ ਸਿੰਘ ਨੂੰ ਲੈਣਾ, ਪੰਜਾਬ ਦੀ ਜੁਝਾਰੂ ਮੂਵਮੈਂਟ ਨੂੰ ਅੱਤਵਾਦ ਨਾਲ ਜੋੜਨਾ, ਅੱਤਵਾਦੀ ਮੂਵਮੈਂਟ ਕਹਿਣਾ ਹੈਗਾ, ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਨਜ਼ਰ ਅੰਦਾਜ਼ ਤਾਂ ਹੋਈਆਂ ਨਹੀਂ। ਜਦੋਂ ਤੁਸੀਂ ਸਿਲੇਬਸ ਬਣਾਉਣੇ ਆ, ਕੱਲੀ ਕਿਤਾਬ ਜਿਹੜੀ ਕਿਤਾਬ ਸਿਲੇਬਸ 'ਚ ਲਵਾਉਣੀ ਆ, ਉਹਦਾ ਕੀ ਕ੍ਰਾਈਟੀਰੀਆ, ਕੀ ਕਰਿਕੂਲਮ ਆ, ਸਾਰਾ ਮਤਲਬ ਉਹਦੇ 'ਤੇ ਵਿਚਾਰਾਂ ਹੁੰਦੀਆਂ, ਕਮੇਟੀਆਂ ਬਹਿੰਦੀਆਂ। ਇਸ ਕਰਕੇ ਉਹ ਸਾਰਾ ਸਿਸਟਮ ਇਹਦੇ ਵਿੱਚ ਇਨਵੋਲਵ। ਇਹ ਅੱਤਵਾਦ ਪੰਜਾਬ ਵਿੱਚ ਵਿਸ਼ੇਸ਼ ਤੌਰ 'ਤੇ ਭਿੰਡਰਾਂਵਾਲੇ ਦੀ ਅਗਵਾਈ 'ਚ ਸੁਤੰਤਰ ਰਾਜ ਖਾਲਿਸਤਾਨ ਦੀ ਸਥਾਪਨਾ ਦੇ ਉਦੇਸ਼ ਨਾਲ ਹੋਇਆ ਸੀ। ਕੋਈ ਉਹ ਆਮ ਸਧਾਰਨ ਬੰਦਾ ਨਹੀਂਗਾ ਜਿਹਨੇ ਨੋਟਸ ਲਿਖਿਆ, ਨੋਟਸਾਂ ਦੇ ਉੱਤੇ ਉਹਦਾ ਨਾਂ ਲਿਖਿਆ ਏ.ਜੇ. ਖਾਨ। ਏ.ਜੇ. ਖਾਨ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਰਹੇ ਇੱਥੇ, ਡੀਨ ਕਾਲਜ ਵਿਕਾਸ ਜਿਹੜੀ ਕੌਂਸਲ ਆ ਉਹਦੇ ਡੀਨ ਰਹੇ ਆ, ਐਡੇ ਉੱਚ ਅਹੁਦਿਆਂ 'ਤੇ ਰਹੇ ਆ। ਉਹ ਇਹਨਾਂ ਨੋਟਸਾਂ ਦੇ ਲੇਖਕ ਹੈਗੇ ਆ। ਕੀ ਜਿਹੜੀ ਖਾਲਿਸਤਾਨ ਦੀ ਲਹਿਰ ਸੀਗੀ ਉਹ ਅੱਤਵਾਦ ਦੀ ਲਹਿਰ ਸੀਗੀ? ਸਿੰਘਾਂ ਵੱਲੋਂ ਡਿਊਟੀ ਲੱਗਦੀ ਹੈਗੀ ਆ ਵੀ ਤੂੰ ਭਾਈ ਫਲਾਨਾ ਬੰਦਾ ਜਿਹੜਾ ਹੈਗਾ ਇਹ ਬਹੁਤ ਜ਼ਿਆਦਾ ਸਾਡਾ ਨਸਲ ਘਾਤ ਕਰ ਰਿਹਾ ਹੈਗਾ, ਇਹਨੂੰ ਮਾਰਨਾ, ਜਾਂ ਸਿੱਖਾਂ ਦੇ ਵਿਰੁੱਧ ਬਹੁਤ ਜ਼ਿਆਦਾ ਮਾੜਾ ਬੋਲ ਰਿਹਾ ਹੈਗਾ, ਗੁਰੂ ਸਾਹਿਬ ਦੇ ਵਿਰੁੱਧ ਮਾੜਾ ਬੋਲ ਰਿਹਾ, ਇਹਨੂੰ ਮਾਰਨਾ। ਜਦੋਂ ਇੰਦਰਾ ਮਾਰੀ ਗਈ ਆ, ਇੰਦਰਾ ਨੂੰ ਪਹਿਲਾਂ ਚੇਤਾਵਨੀ ਦਿੱਤੀ ਗਈ ਆ। ਸ਼ਹੀਦ ਸਤਵੰਤ ਸਿੰਘ ਜੀ, ਸ਼ਹੀਦ ਬੇਅੰਤ ਸਿੰਘ ਜੀ ਉਹਨੂੰ ਚੇਤਾਵਨੀ ਦਿੰਦੇ ਹੈਗੇ ਆ ਵੀ ਤਕੜੀ ਹੋ ਜਾ, ਤਿਆਰ ਹੋ ਜਾ, ਤੇਰਾ ਹੁਣ ਅਸੀਂ ਜਿਹੜਾ ਹੈਗਾ ਕੀਤੀ ਦਾ ਫਲ ਤੈਨੂੰ ਭੁਗਤਾਉਣਾ। ਐਵੇਂ ਨਹੀਂ ਗੇ ਵੀ ਜਿਹੜਾ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਜਾਂ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਮਜਬੂਰੀ 'ਚ ਸਜ਼ਾ ਸੁਣਾਉਣ ਵਾਲਾ ਜੱਜ ਵੀ ਉਹਨਾਂ ਦਾ ਫੈਨ ਹੋ ਜਾਂਦਾ ਤੇ ਕਹਿੰਦਾ ਵੀ ਇਹ ਕੋਈ ਸੰਤਰੂ ਹੈ। ਇਸ ਨੋਟਸ ਦੇ ਵਿੱਚ ਲਿਖਦੇ ਕਹਿੰਦੇ ਖਾਲਿਸਤਾਨੀ ਸਮਰਥਕ ਅੱਤਵਾਦੀਆਂ ਨੇ ਨਫ਼ਰਤ ਤੇ ਹਿੰਸਾ ਦੀ ਜੋ ਅੱਗ ਬਾਲੀ, ਉਸ ਵਿੱਚ ਪੰਜਾਬ ਦੀ ਸੁੱਖ ਸ਼ਾਂਤੀ ਤੇ ਖੁਸ਼ਹਾਲੀ ਸਭ ਕੁਝ ਸੁਆਹ ਹੋ ਗਿਆ। ਪੰਜਾਬ 'ਚ, ਹਰਿਆਣੇ 'ਚ ਜਾਂ ਦਿੱਲੀ 'ਚ ਸਿੱਖਾਂ ਨਾਲ ਜਿਹੜਾ ਵਿਹਾਰ ਕੀਤਾ ਗਿਆ, ਐਡਾ ਕੁ ਮਾੜਾ ਵਿਹਾਰ ਕੀਤਾ ਗਿਆ, ਉਹਨਾਂ ਦੀ ਨੂੰ ਮਤਲਬ ਉਹਨਾਂ ਨੂੰ ਕੁੱਟਮਾਰ ਕਰਨੀ, ਉਹਨਾਂ ਦੀਆਂ ਪੱਗਾਂ ਲਾਉਣੀਆਂ ਜਾਂ ਉਹਨਾਂ ਦੇ ਮਰਡਰ ਕਰਨੇ, ਇਹੋ ਜਿਹੀਆਂ ਚੀਜ਼ਾਂ ਜਾਣ ਕੇ ਕੀਤੀਆਂ ਗਈਆਂ। ਹੁਣ ਇੰਡੀਅਨ ਗਵਰਨਮੈਂਟ ਨੇ ਵਾਈਟ ਪੇਪਰ ਜਿਹੜਾ ਲਿਖਿਆ ਹੈਗਾ ਉਹਦੇ 'ਚ ਉਹਨੇ ਆਪਦਾ ਪੱਖ ਪੇਸ਼ ਕਰਨਾ ਸੀਗਾ, ਬਹੁਤ ਕਮੀਨਗੀ ਨਾਲ ਪੇਸ਼ ਕਰਨਾ ਸੀ, ਉਹਨੂੰ ਆਧਾਰ ਬਣਾਇਆ ਜਾ ਰਿਹਾ। ਖੁਸ਼ਵੰਤ ਸਿੰਘ ਜਿਹੜਾ ਮਤਲਬ ਤੁਸੀਂ ਦੇਖਦੇ ਹੈਗੇ ਆ ਵੀ ਉਸ ਗਰੋਹ ਦਾ ਮੈਂਬਰ ਰਿਹਾ, ਪੂਰਾ ਜਿਹੜਾ ਸਰਕਾਰ ਦਾ ਦੁਮਛੱਲਾ ਰਿਹਾ, ਉਹਨਾਂ ਨੂੰ ਇਹਦਾ ਪਾਰਟ ਬਣਾਇਆ ਗਿਆ। ਟ੍ਰਿਬਿਊਨ ਵਰਗੇ ਅਖਬਾਰ ਨੂੰ ਜਿਹਨੇ ਅੱਤਵਾਦੀ ਸ਼ਬਦ ਸਪੈਸ਼ਲ ਸਿੱਖਾਂ ਵਾਸਤੇ ਘੜਿਆ, ਇੱਕੋ ਦਿਨ ਕਸ਼ਮੀਰ ਦੇ ਮੂਵਮੈਂਟ ਵਾਸਤੇ, ਤਾਮਿਲਾਂ ਦੀ ਮੂਵਮੈਂਟ ਵਾਸਤੇ ਤੇ ਸਿੱਖਾਂ ਦੀ ਮੂਵਮੈਂਟ ਵਾਸਤੇ ਖਬਰ ਲੱਗਦੀ ਇੱਕੋ ਦਿਨ ਦੇ ਅਖਬਾਰ 'ਚ। ਬਾਕੀ ਸਾਰਿਆਂ ਵਾਸਤੇ ਤਾਮਿਲ ਜਾਂ ਕਸ਼ਮੀਰੀ ਕਿਹਾ ਜਾਂਦਾ, ਸਿੱਖਾਂ ਵਾਸਤੇ ਅੱਤਵਾਦੀ ਸ਼ਬਦ ਸਪੈਸ਼ਲ ਉਸੇ ਖਬਰ 'ਚ ਇੱਕੋ ਦਿਨ ਵਰਤਿਆ ਜਾਂਦਾ। ਪਿਤਾ ਦੇ ਸਾਹਮਣੇ ਉਹਦੀ ਵਾਈਫ ਨੂੰ, ਉਹਦੇ ਧੀ ਨੂੰ ਤੇ ਉਹਦੇ ਪੁੱਤ ਨੂੰ, ਮਤਲਬ ਪੂਰੇ ਪਰਿਵਾਰ ਨੂੰ ਨੰਗਾ ਕਰਨਾ ਤੇ ਪਿਸ਼ਾਬ ਉਹਨਾਂ ਨੂੰ ਕਹਿਣਾ ਵੀ ਤੁਸੀਂ ਇੱਕ ਦੂਜੇ ਦੇ ਮੂੰਹ 'ਚ ਕਰੋ। ਇਹੋ ਜਿਹੀਆਂ ਇਸ ਦਰਿੰਦਗੀ ਤਾਂ ਇਹਨਾਂ ਦੇ ਨੋਟਸ ਕਿਉਂ ਨਹੀਂ ਲਏ? ਖਾਲੜਾ ਜੀ ਇੱਕ ਐਡੇ ਮਤਲਬ ਹਿਊਮਨ ਰਾਈਟਸ ਕਮਿਸ਼ਨ ਦੇ ਫੇਅਰ, ਮਤਲਬ ਉਹਨਾਂ ਨੇ ਕਿਸੇ ਕਿਸਮ ਦਾ ਪੱਖਪਾਤ ਨਹੀਂ ਕੀਤਾ। ਉਹਨਾਂ ਨੇ ਐਡੇ ਵੱਡੇ ਐਨਕਾਊਂਟਰਸ ਦਾ ਜ਼ਿਕਰ ਕੀਤਾ, 25,000 ਲਾਸ਼ਾਂ ਦਾ ਇੱਕ ਜ਼ਿਲ੍ਹੇ 'ਚੋਂ ਜ਼ਿਕਰ ਕੀਤਾ। ਦਰਬਾਰ ਸਾਹਿਬ ਦੀ ਪਰਿਕਰਮਾ 'ਚ ਕੀ ਕੁਛ ਹੋਇਆ, ਸਿੱਖਾਂ ਦੇ ਪਰਿਵਾਰਾਂ ਨਾਲ ਕੀ ਕੁਛ ਹੋਇਆ, ਉੱਥੇ ਬੱਚਿਆਂ ਨੂੰ ਸਰੋਵਰ ਦੇ ਵਿੱਚ ਕਰੰਟ ਛੱਡ ਕੇ ਸੁੱਟ ਦਿੱਤਾ ਗਿਆ। ਮਰੀ ਮਾਂ ਦੇ ਉੱਤੋਂ ਉਹਦਾ 3-4 ਸਾਲ ਦਾ ਬੱਚਾ ਹੈਗਾ, ਉਹਨੂੰ ਚਿੰਬੜਿਆ ਹੋਇਆ ਹੈ, ਉਹਨੂੰ ਚੱਕ ਕੇ ਲੱਤ ਨਾਲ ਫੜ ਕੇ ਅਸਮਾਨ ਵੱਲ ਨੂੰ ਚਲਾਇਆ ਜਾਂਦਾ ਤੇ ਉੱਪਰੋਂ ਡਿੱਗਦੇ ਤੇ ਉਹਦੇ ਤੇ ਫਾਇਰ ਮਾਰ ਕੇ ਉਹਨੂੰ ਸ਼ਹੀਦ ਕੀਤਾ ਜਾਂਦਾ ਹੈਗਾ। ਆਹ ਚੀਜ਼ਾਂ ਵਾਪਰਦੀਆਂ ਇੱਥੇ। ਇੱਕ ਮੈਂ ਫੋਟੋ ਬਹੁਤ ਦਿਖਾਈ ਆ ਵੀ ਖੁੱਲ੍ਹੀਆਂ ਅੱਖਾਂ 'ਚ ਜਿਹੜਾ 3 ਸਾਲ ਦਾ ਬੱਚਾ ਸ਼ਹੀਦ ਹੁੰਦਾ ਤੇ ਉਹਦਾ ਇੱਥੋਂ ਸਰੀਰ ਪਾੜਿਆ ਜਾਂਦਾ ਹੈਗਾ। 3 ਸਾਲ ਦੇ ਬੱਚੇ ਤੋਂ ਤੁਸੀਂ ਕੀ ਪੁੱਛ ਗਿੱਛ ਕਰਨੀ ਚਾਹੁੰਦੇ? ਕਿਰਨ ਬੇਦੀ ਇੱਕ ਮਤਲਬ ਪੰਜਾਬ 'ਚ ਅਪੁਆਇੰਟਡ ਹੁੰਦਿਆਂ ਟੌਰਚਰ ਕਰਦੀ ਹੈਗੀ ਆ, ਇੱਕ ਮਾਂ ਨੂੰ ਚੱਕ ਲਿਆਉਂਦੀ, ਉਹਦਾ ਬੱਚਾ ਛੋਟਾ ਜਿਹਾ ਨਾਲ ਆ ਤੇ ਉਹਦੇ ਬੱਚੇ ਨੂੰ ਬਰਫ਼ ਦੀ ਸਿਲ 'ਤੇ ਰੱਖ ਦਿੰਦੀ ਤੇ ਉਹਦਾ ਬੱਚਾ ਬਰਫ਼ ਦੀ ਸਿਲ 'ਤੇ ਸਵਾਸ ਤਿਆਗ ਜਾਂਦਾ ਹੈਗਾ। ਸਵਾਸ ਤਿਆਗਣ ਤੋਂ ਬਾਅਦ ਵੀ ਠੰਡਾ ਹੋ ਕੇ ਉਹ ਨੀਲਾ ਹੋ ਜਾਂਦਾ, ਉਹਦੀ ਡੈੱਡ ਬੋਡੀ, ਤੇ ਉਹ ਬਰਫ਼ ਦੀ ਸਿਲ ਦੇ ਵਿੱਚ ਹੀ ਜੰਮ ਜਾਂਦਾ। ਉਹਨੂੰ ਸਿਲ ਭੰਨ ਕੇ ਤੋੜ ਕੇ ਕੱਢਣਾ ਪੈਂਦਾ। ਐਡੇ ਵੱਡੇ ਲੈਵਲ 'ਤੇ ਸਾਡਾ ਜਿਹੜਾ ਹੈਗਾ ਘਾਣ ਹੋਇਆ, ਟੌਰਚਰ ਹੋਇਆ, ਸਾਡੇ ਨਾਲ ਖੂਨੀ ਖੇਡ ਖੇਡੀ ਗਈ, ਜਿਹਨੂੰ ਤੁਸੀਂ ਸ਼ਰੇਆਮ ਨੰਗੇ ਚਿੱਟੇ ਸ਼ਬਦਾਂ 'ਚ ਖੂਨੀ ਖੇਡ ਹੀ ਕਹੋ। ਮਹਿਬੂਬ ਸਾਹਿਬ ਆਪਦੀ ਪੋਇਟਰੀ 'ਚ ਵੀ ਕਹਿੰਦੇ ਹੈਗੇ, ਹਰਿੰਦਰ ਸਿੰਘ ਮਹਿਬੂਬ, ਵੀ ਸਤਲੁਜ ਲਾਸ਼ਾਂ ਦਾ ਭਰਿਆ ਆਉਂਦਾ ਹੈਗਾ। ਜਿਹੜੀ ਚਾਨਣ ਦੀ ਰਾਤ ਦੀਆਂ ਕਵਿਤਾਵਾਂ ਹੈਗੀਆਂ ਉਹਦੇ 'ਚ ਉਹ ਕਹਿੰਦੇ ਆ ਮੂਵਮੈਂਟ ਨੂੰ ਲੈ ਕੇ, ਉਹਦਾ ਕੋਈ ਨੋਟਸ ਨਹੀਂ ਲਿਆ ਗਿਆ। ਇਸ ਕਰਕੇ ਸਾਰਾ ਜਿਹੜੀ ਹਿਸਟਰੀ ਆ ਇਹ ਬਾਇਸਡ ਆ, ਇਹ ਵਨ ਸਾਈਡਡ ਹੈਗੀ, ਇਹ ਸਰਕਾਰੀ ਸੇਵਾ ਹੈਗੀ ਆ, ਸਰਕਾਰ ਦੇ ਦੁਮਛੱਲਿਆਂ ਵੱਲੋਂ ਸਰਕਾਰ ਦਾ ਲਿਖਿਆ ਗਿਆ ਇਤਿਹਾਸ। ਇਹ ਨੋਟਸ ਲਿਖਣ ਵਾਲੇ ਏ.ਐਸ. ਖਾਨ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਅੱਤਵਾਦ ਸਿੱਖਾਂ ਨੇ ਸ਼ੁਰੂ ਨਹੀਂ ਕੀਤਾ, ਸਰਕਾਰ ਨੇ ਸ਼ੁਰੂ ਕੀਤਾ ਸੀਗਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਿਤਾਬਚਿਆਂ ਨੋਟਸਾਂ ਦੇ ਵਿੱਚ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਬਾਰੇ ਅਪਸ਼ਬਦ ਲਿਖੇ ਗਏ
ਤੇ ਸਿੱਖ ਸੰਘਰਸ਼ ਬਾਰੇ ਵੀ ਜਿਹੜਾ ਹੈਗਾ ਬੇਹੂਦਾ ਜਿਹੜੀਆਂ ਹੈਗੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ। ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਚਰਚਾ ਚੱਲ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਯੂਨੀਵਰਸਿਟੀ ਨੂੰ ਜਿਹੜਾ ਹੈਗਾ ਇਹ ਕਿਤਾਬਚੇ ਹਟਾਉਣ ਦਾ ਜਿਹੜਾ ਹੈਗਾ ਉਹ ਪੁਰਜ਼ੋਰ ਜਿਹੜਾ ਹੈਗਾ ਅਪੀਲ ਕੀਤੀ ਗਈ ਹੈ। ਸਾਡੇ ਨਾਲ ਸਕਾਲਰ ਸਿਮਰਜੀਤ ਸਿੰਘ ਮੌਜੂਦ ਹੈ। ਅਸੀਂ ਕੁਝ ਸਮਾਂ ਗੱਲਬਾਤ ਕਰਾਂਗੇ। ਸਵਾਗਤ ਹੈ ਜੀ ਪੰਜਾਬ ਕੇ ਟੀਵੀ ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਯੂਨੀਵਰਸਿਟੀ ਦੇ ਨਾਲ ਲਗਾਓ ਰੱਖਦੇ ਹੋ, ਲੰਮਾ ਸਮਾਂ ਉੱਥੇ ਪੜ੍ਹੇ ਵੀ ਹੋ, ਕੀ ਵਜ੍ਹਾ? ਪਹਿਲਾ ਕਮੈਂਟ ਤੁਹਾਡਾ, ਯੂਨੀਵਰਸਿਟੀ ਦੇ ਇਹ ਜਿਹੜਾ ਇਤਿਹਾਸ ਦੇ ਵਿੱਚ ਕਿਹੜੇ ਨੋਟਸਾਂ ਦੇ ਵਿੱਚ, ਕਿਹੜੇ ਕਿਤਾਬਾਂ ਦੇ ਵਿੱਚ ਜਿਹੜਾ ਹੈਗਾ ਇਹ ਸ਼ਬਦ ਜਿਹੜੇ ਹੈਗੇ ਆ ਸਿੱਖ ਸੰਘਰਸ਼ ਬਾਰੇ ਲਿਖੇ ਗਏ ਹੈਗੇ ਆ, ਇਹ ਸਾਨੂੰ ਪਹਿਲਾਂ ਜਾਣਕਾਰੀ ਦਿਓ। ਇਹ ਜਿਹੜਾ ਸੀਸੀ ਵਿਭਾਗ ਹੈ ਜਿਹਨੂੰ ਡਿਸਟੈਂਸ ਐਜੂਕੇਸ਼ਨ ਵਿਭਾਗ ਕਹਿੰਦੇ ਆ, ਜਿਹਦੇ 'ਚ ਜੇ ਸੌਖਾ ਕਰਕੇ ਦੱਸਣਾ ਹੋਵੇ ਵੀ ਜਿਹੜੇ ਬੱਚੇ ਜਿਵੇਂ ਪ੍ਰਾਈਵੇਟ ਪੜ੍ਹਦੇ ਆ ਡਿਸਟੈਂਸ ਐਜੂਕੇਸ਼ਨ ਰਾਹੀਂ ਸੀਸੀ ਰਾਹੀਂ ਪੜ੍ਹਦੇ ਆ, ਅਤੇ ਉਹਨਾਂ ਨੂੰ 7 ਕੁ ਦਿਨ ਦਾ ਕੋਰਸ ਲਾਉਣਾ ਪੈਂਦਾ ਉੱਥੇ ਜਾ ਕੇ ਯੂਨੀਵਰਸਿਟੀ 'ਚ, ਅਤੇ ਉਦੋਂ ਬਾਅਦ ਉਹ ਨੋਟਸ ਘਰੇ ਭੇਜ ਦਿੱਤੇ ਜਾਂਦੇ, ਕਿਤਾਬਾਂ ਘਰੇ ਭੇਜ ਦਿੱਤੀਆਂ ਜਾਂਦੀਆਂ ਯੂਨੀਵਰਸਿਟੀ ਵੱਲੋਂ, ਅਤੇ ਉਹ ਘਰ ਬਹਿ ਕੇ ਪੜ੍ਹਦੇ ਅਤੇ ਪੇਪਰ ਉਹਨਾਂ ਦੇ ਹੁੰਦੇ ਆ। ਉਹ ਸੀਸੀ ਵਿਭਾਗ ਆ, ਉਹਨਾਂ ਨੇ ਜਿਹੜਾ ਪੋਲੀਟੀਕਲ ਸਾਇੰਸ ਵਿਭਾਗ ਵੱਲੋਂ ਪੋਲੀਟੀਕਲ ਸਾਇੰਸ ਦੀ ਐਮ ਏ ਸੈਕੰਡ ਈਅਰ ਦੇ ਸੀਸੀ ਵਿਭਾਗ ਦੇ ਜਿਹੜੇ ਨੋਟਸ ਹੈਗੇ ਆ, ਉਹਦੇ ਵਿੱਚ ਇਹ ਜਿਹੜਾ ਲਿਖਿਆ ਗਿਆ ਸੰਤਾਂ ਬਾਰੇ, ਬਹੁਤ ਬੇਹੂਦਾ ਸਿੱਖ ਮੂਵਮੈਂਟ ਬਾਰੇ ਬਹੁਤ ਬੇਹੂਦਾ ਲਿਖਿਆ ਗਿਆ। ਜੀ ਬਿਲਕੁਲ। ਤਾਂ ਜਾਣ ਤੋਂ ਪਹਿਲਾਂ ਜਿਹੜੀ ਹੈਗੀ ਆ ਉਸ ਦੀ ਤਸਵੀਰ ਇੱਕ ਸਾਡੇ ਕੋਲ ਮੌਜੂਦ ਆ। ਉਹਦੇ ਵਿੱਚ ਲਿਖਿਆ ਗਿਆ ਕਿ ਭਾਰਤ ਵਿੱਚ ਅੱਤਵਾਦ ਦੇ ਮਿਲਦੇ ਵੱਖ-ਵੱਖ ਰੂਪਾਂ ਦਾ ਵਰਣਨ ਕਰੋ। ਇਹ ਜਿਹੜਾ ਹੈਗਾ ਪ੍ਰਸ਼ਨ ਆ, ਔਰ ਇਹਦੇ ਉੱਤਰ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਮੁੱਖ ਤੌਰ 'ਤੇ ਜਿਹੜਾ ਪੁਆਇੰਟ 1 ਬਣਾਇਆ ਉਹ ਹੈਗਾ ਖਾਲਿਸਤਾਨੀ ਅੱਤਵਾਦ ਲਿਖਿਆ ਗਿਆ ਹੈ। ਇਹ ਅੱਤਵਾਦ ਪੰਜਾਬ ਵਿੱਚ ਵਿਸ਼ੇਸ਼ ਤੌਰ 'ਤੇ ਭਿੰਡਰਾਂਵਾਲੇ ਦੀ ਅਗਵਾਈ 'ਚ ਸੁਤੰਤਰ ਰਾਜ ਖਾਲਿਸਤਾਨ ਦੀ ਸਥਾਪਨਾ ਦੇ ਉਦੇਸ਼ ਨਾਲ ਹੋਇਆ ਸੀ। 84-85 ਤੱਕ ਇੱਕ ਖਤਰਨਾਕ ਸਥਿਤੀ ਤੱਕ ਪਹੁੰਚ ਗਿਆ। ਗੁਰਦੁਆਰਿਆਂ 'ਚ ਜੁਝਾਰੂ ਹਥਿਆਰ ਜਮ੍ਹਾਂ ਕਰਨ ਲੱਗ ਪਏ ਅਤੇ ਅਨੇਕਾਂ ਬੇਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਮਈ 85 'ਚ ਦਿੱਲੀ, ਹਰਿਆਣਾ, ਪੰਜਾਬ ਤੇ ਯੂਪੀ 'ਚ ਬੱਸਾਂ ਅੰਦਰ, ਰੇਲਵੇ ਸਟੇਸ਼ਨ ਤੇ ਦੂਜੀਆਂ ਜਨਤਕ ਥਾਵਾਂ ਤੇ ਬੰਬ ਧਮਾਕੇ ਹੋਏ, ਜਿਨ੍ਹਾਂ 'ਚ ਜਾਨ ਮਾਲ ਦਾ ਜਿਹੜਾ ਹੈ ਕਾਫੀ ਹਾਨੀ ਹੋਈ। 20 ਅਗਸਤ 85 ਨੂੰ ਅਕਾਲੀ ਦਲ ਦੇ ਪ੍ਰਧਾਨ ਲੌਂਗੋਵਾਲ ਦਾ ਕਤਲ ਕਰ ਦਿੱਤਾ ਗਿਆ। ਤਾਂ ਕਾਫੀ ਕੁਝ ਲਿਖਿਆ ਗਿਆ ਹੈਗਾ। ਤਾਂ ਸਭ ਤੋਂ ਪਹਿਲਾਂ ਇਹੀ ਹੈ ਜੀ ਕਿ ਪੰਜਾਬੀ ਯੂਨੀਵਰਸਿਟੀ, ਜਿਹਨੂੰ ਕਿ ਕਾਫੀ ਹੱਦ ਤੱਕ ਜਿਹੜਾ ਹੈਗਾ ਸਿੱਖ ਪੱਖ ਦੀ ਉੱਥੇ ਬੋਲਬਾਲਾ ਰਹਿੰਦਾ ਹੈਗਾ, ਕਿਹਾ ਜਾਂਦਾ, ਤਾਂ ਇਸ ਤਰ੍ਹਾਂ ਦਾ ਜਿਹੜਾ ਹੈਗਾ ਉਹ ਨੋਟਸਾਂ ਦੇ ਵਿੱਚ ਛਾਪ ਦੇਣਾ, ਇਹ ਆਫੀਸ਼ੀਅਲੀ ਛਾਪ ਦੇਣਾ, ਇਹ ਕਿੱਡੀ ਵੱਡੀ ਜਿਹੜੀ ਹੈਗੀ ਇਹ ਗੱਲਬਾਤ ਆ। ਇਹ ਕੋਈ ਤੁਸੀਂ ਇਹਨੂੰ ਗੁੱਜਾ ਹਮਲਾ ਕਹੋਗੇ ਜਾਂ ਕਿਸ ਤਰੀਕੇ ਨਾਲ? ਦੇਖੋ, ਗੁੱਜਾ ਹਮਲਾ ਤਾਂ ਹੈ ਹੀ ਆ, ਪਰ ਗੁੱਜਾ ਹਮਲਾ ਤਾਂ ਕਹੀਏ ਜੋ ਜਾਰਾ ਨਾ ਹੋਵੇ। ਮਤਲਬ 2-4 ਹਜ਼ਾਰ ਸਟੂਡੈਂਟਸ ਦੇ ਵਿੱਚ ਉਹ ਚੀਜ਼ ਸਪਰੈਡ ਹੋ ਜਾਣੀ, ਗੱਲ ਲੈਕਚਰਾਂ ਤਾਈਂ ਜਾਣੀ। ਹੁਣ ਜਿਹੜੀ ਗੱਲ ਨੋਟਸਾਂ 'ਚ ਲਿਖੀ ਗਈ ਉਹ ਗਾਈਡਾਂ 'ਚ ਵੀ ਲਿਖੀ ਆਊਗੀ। ਉਹ ਜਿਹੜਾ ਹੈਗਾ ਪੇਪਰਾਂ ਦੇ ਕੁਐਸਚਨਸ ਜਦੋਂ ਬੱਚਿਆਂ ਨੇ ਆਨਸਰ ਕਰਨਾ ਹੈਗਾ, ਜਿਹੜੇ ਬੱਚੇ ਬਹੁਤਾ ਜ਼ਿਆਦਾ ਪੜ੍ਹਨ ਦਾ ਮਤਲਬ ਓਵਰਆਲ ਨੌਲੇਜ ਲੈਣ ਦਾ ਨਹੀਂ ਰੱਖਦੇ ਗੇ, ਕਰਿਓਸਿਟੀ ਹੈ ਨਹੀਂ ਗੀ, ਉਹਨਾਂ ਨੇ ਵੀ ਜਿਹੜੇ ਮਤਲਬ ਸਿੱਧਾ ਕਾਪੀ ਵਰਕ ਵਾਲੇ ਹੈਗੇ ਆ, ਉਹਨਾਂ ਨੇ ਵੀ ਇਹ ਚੀਜ਼ ਨੂੰ ਕਰਨਾ ਹੈਗਾ, ਅਤੇ ਉਹਦਾ ਬਹੁਤ ਦੂਰ ਤਾਈਂ ਪ੍ਰਭਾਵ ਜਾਂਦਾ ਹੈ। ਜਿਹੜਾ ਇਹਨਾਂ ਚੀਜ਼ਾਂ ਦਾ ਜੋ ਅਸੀਂ ਦੇਖਦੇ ਹੈਗੇ ਆ ਵੀ ਉਹ ਜਾਣ ਬੁੱਝ ਕੇ ਕਰਦੇ ਆ ਕਿ ਨਵੀਂ ਪੀੜ੍ਹੀ ਜਿਹੜੀ ਆ ਜਿਹਦਾ ਥੋੜ੍ਹਾ ਜਿਹਾ ਗੈਪ ਮਤਲਬ ਇਹ ਮੰਨਿਆ ਜਾਂਦਾ ਹੈਗਾ ਵੀ ਮਾਡਰਨ ਏਜ 'ਚ ਗੈਪ ਆ, ਉਹ ਉਹਨਾਂ ਦੀ ਹਿੱਟ ਲਿਸਟ 'ਤੇ ਆ ਵੀ ਉਹਨੂੰ ਪ੍ਰਭਾਵਿਤ ਕੀਤਾ ਜਾਵੇ, ਅਤੇ ਉਹਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਹੈਗੇ ਆ। ਦੂਜਾ ਜਿਹੜਾ ਇਹ ਆ ਵੀ ਕੋਈ ਉਹ ਆਮ ਸਧਾਰਨ ਬੰਦਾ ਨਹੀਂ ਗਾ ਜਿਹਨੇ ਇਹ ਨੋਟਸ ਲਿਖਿਆ, ਨੋਟਸਾਂ ਦੇ ਉੱਤੇ ਉਹਦਾ ਨਾਂ ਲਿਖਿਆ ਏ.ਜੇ. ਖਾਨ। ਏ.ਜੇ. ਖਾਨ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਰਹੇ ਇੱਥੇ, ਡੀਨ ਕਾਲਜ ਵਿਕਾਸ ਜਿਹੜੀ ਕੌਂਸਲ ਆ ਉਹਦੇ ਡੀਨ ਰਹੇ ਆ, ਐਡੇ ਉੱਚ ਅਹੁਦਿਆਂ 'ਤੇ ਰਹੇ ਆ। ਉਹ ਇਹਨਾਂ ਨੋਟਸਾਂ ਦੇ ਲੇਖਕ ਹੈਗੇ ਆ, ਅਤੇ ਜੇ ਉਹੋ ਜਿਹੇ ਬੰਦੇ ਐਡੇ ਸੀਨੀਅਰ ਯੂਨੀਵਰਸਿਟੀ ਦੇ ਬੰਦੇ ਇਹਨਾਂ ਚੀਜ਼ਾਂ 'ਚ ਸ਼ਾਮਲ ਹੈਗੇ ਆ ਤਾਂ ਇਹ ਬਹੁਤ ਮਤਲਬ ਚਿੰਤਾਜਨਕ ਗੱਲ ਆ। ਦੂਜਾ ਇਹ ਆ ਵੀ ਇਹਦੇ ਤੋਂ ਅੱਗੇ ਜਾ ਕੇ ਵੀ ਜਿਹੜਾ ਕਰਿਕੂਲਮ ਬਣਾਇਆ ਜਾਂਦਾ ਹੈਗਾ, ਸਿਲੇਬਸ ਸੈੱਟ ਕੀਤਾ ਜਾਂਦਾ ਹੈਗਾ, ਉਹਦੇ 'ਚ ਸਾਰੀ ਯੂਨੀਵਰਸਿਟੀ, ਸੈਨੇਟ ਜਾਂ ਬਹੁਤ ਉੱਪਰਲੇ ਲੈਵਲ ਤਾਈਂ ਉਹ ਮੀਟਿੰਗਾਂ ਹੁੰਦੀਆਂ ਹੈਗੀਆਂ, ਉਹ ਇਨਵੋਲਵ ਹੁੰਦੇ ਆ ਉੱਥੇ। ਇਸ ਸਿਲੇਬਸ ਦਾ ਸੈਟਅਪ ਇਹਦਾ ਮਤਲਬ ਉੱਥੇ ਬਣਿਆ ਹੈਗਾ ਵੀ ਅੱਤਵਾਦ ਦੇ ਟੌਪਿਕ ਦੇ ਵਿੱਚ ਸੰਤ ਜਰਨੈਲ ਸਿੰਘ ਨੂੰ ਲੈਣਾ, ਪੰਜਾਬ ਦੀ ਜੁਝਾਰੂ ਮੂਵਮੈਂਟ ਨੂੰ ਅੱਤਵਾਦ ਨਾਲ ਜੋੜਨਾ, ਅੱਤਵਾਦੀ ਮੂਵਮੈਂਟ ਕਹਿਣਾ ਹੈਗਾ। ਉਹ ਸਾਰੀਆਂ ਚੀਜ਼ਾਂ ਇਹਨਾਂ ਦੇ ਨਜ਼ਰ ਅੰਦਾਜ਼ ਤਾਂ ਹੋਈਆਂ ਨਹੀਂ। ਜਦੋਂ ਤੁਸੀਂ ਸਿਲੇਬਸ ਬਣਾਉਣੇ ਆ, ਇਕੱਲੀ ਕਿਤਾਬ ਜਿਹੜੀ ਕਿਤਾਬ ਸਿਲੇਬਸ 'ਚ ਲਵਾਉਣੀ ਆ, ਉਹਦਾ ਕੀ ਕ੍ਰਾਈਟੀਰੀਆ, ਕੀ ਕਰਿਕੂਲਮ ਆ, ਸਾਰਾ ਮਤਲਬ ਉਹਦੇ 'ਤੇ ਵਿਚਾਰਾਂ ਹੁੰਦੀਆਂ, ਕਮੇਟੀਆਂ ਬਹਿੰਦੀਆਂ। ਇਸ ਕਰਕੇ ਉਹ ਸਾਰਾ ਸਿਸਟਮ ਇਹਦੇ ਵਿੱਚ ਇਨਵੋਲਵ ਆ, ਸਾਰਾ ਸਿਸਟਮ ਇਨਵੋਲਵ ਆ। ਤਾਂ ਜਿਹੜੀ ਗੱਲ 'ਚ ਲਿਖੀ ਗਈ ਹੈਗੀ ਵੀ ਖਾਲਿਸਤਾਨੀ ਅੱਤਵਾਦ ਪੰਜਾਬ ਦੀ ਧਰਤੀ 'ਤੇ, ਤਾਂ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਖਾਲਿਸਤਾਨ ਦੀ ਲਹਿਰ ਸੀਗੀ ਉਹ ਅੱਤਵਾਦ ਦੀ ਲਹਿਰ ਸੀਗੀ? ਸੰਤ ਜਰਨੈਲ ਸਿੰਘ ਅੱਤਵਾਦੀ ਇਸ ਕਿਤਾਬ ਦੇ ਵਿੱਚ ਜਿਹੜਾ ਲਿਖਿਆ ਹੈਗਾ, ਖਾਲਿਸਤਾਨ
ਦੇ ਜਿਹੜੇ ਲਹਿਰ ਦੇ ਮੋਢੀ ਸੰਤ ਜਰਨੈਲ ਸਿੰਘ ਜੀ, ਉਹਨੂੰ ਅੱਤਵਾਦੀ ਕਿਸ ਤਰ੍ਹਾਂ ਜਿਹੜਾ ਹੈਗਾ ਇਹ ਪਰਿਭਾਸ਼ਿਤ ਕਰ ਸਕਦੇ? ਐਦੋਂ ਵੱਡੀ ਬੇਈਮਾਨੀ ਕੋਈ ਹੋ ਹੀ ਨਹੀਂ ਸਕਦੀ। ਜਿਹੜਾ ਸੰਤ ਜਰਨੈਲ ਸਿੰਘ ਜੀ, ਜਿਨ੍ਹਾਂ ਨੂੰ ਮਤਲਬ ਜੇ ਅਸੀਂ ਮੈਂ ਤਾਂ ਇੱਕ ਮਿਸਟੀਕਲ ਸਟੱਡੀਜ਼ ਦਾ ਸਟੂਡੈਂਟ ਹੋਣ ਦੇ ਬਾਵਜੂਦ ਮੈਂ ਇਹ ਕਹਿੰਦਾ ਵੀ ਉਹ ਅਧਿਆਤਮਕ ਮਹਾਂਪੁਰਸ਼ ਸੀ, ਬਹੁਤ ਵੱਡੀ ਪਰਸਨੈਲਿਟੀ ਸੀ। ਅਤੇ ਮੇਰੀ ਲੰਮੀ ਪੜ੍ਹਾਈ ਜਾਂ ਮੇਰੇ ਜਿਹੜੇ ਗੁਰੂ ਉਸਤਾਦ ਲੋਕ ਯੂਨੀਵਰਸਿਟੀ 'ਚ ਸਪਿਰਿਚੁਅਲ ਸਟੱਡੀਜ਼ ਦੇ ਮਤਲਬ ਵਰਲਡ ਦੀਆਂ ਟੌਪ ਦੀਆਂ ਯੂਨੀਵਰਸਿਟੀਆਂ 'ਚੋਂ ਪੜ੍ਹੇ ਵੇ ਆ, ਉਹਨਾਂ ਦੀ ਵੀ ਸਾਡੀ ਇਹ ਹਿੰਮਤ ਨਹੀਂ ਕਿ ਅਸੀਂ ਆਪਦੀ ਬਹੁਤ ਸਿਖਰ ਦੀ ਮਿਹਨਤ ਦੇ ਨਾਲ ਵੀ ਸੰਤਾਂ ਦੀ ਜਿਹੜੀ ਮਤਲਬ ਸੰਤ ਪਦ ਨੂੰ ਐਕਸਪਲੇਨ ਕਰ ਸਕੀਏ। ਉਹ ਐਡੇ ਮਤਲਬ ਵੱਡੀ ਹਸਤੀ ਹੈਗੀ ਆ, ਅਤੇ ਉਹਨਾਂ ਨੂੰ ਐਸ ਹੇਠਲੇ ਲੈਵਲ ਤਾਈਂ ਬਿਆਨ ਕਰਨਾ ਵੀ ਉਹਨਾਂ ਨੂੰ ਅੱਤਵਾਦੀ ਕਹਿਣਾ। ਮੈਂ ਇਹਨਾਂ ਦੇ ਹੇਠਲੇ ਲੈਵਲ 'ਤੇ ਜਾ ਕੇ ਜਦੋਂ ਇਸ ਗੱਲ ਨੂੰ ਮਤਲਬ ਜ਼ਿਕਰ ਕਰਨ ਦਾ ਕੋਸ਼ਿਸ਼ ਕਰਦਾ ਹੈਗਾ, ਉਹ ਇਹ ਆ ਕਿ ਜਿਹੜੇ ਸਿਸਟਮ 'ਚ ਪਏ ਆ, ਜਦੋਂ RTI ਰਾਹੀਂ ਤੁਸੀਂ ਇਨਫੋਰਮੇਸ਼ਨ ਕਢਾਉਣੇ ਹੈਗੇ ਆ, ਉਹ ਵੀ ਜਿਹੜੀਆਂ ਇਨਫੋਰਮੇਸ਼ਨ ਕਢਾਈਆਂ ਗਈਆਂ ਹੈਗੀਆਂ ਉਹਦੇ 'ਚ ਵੀ ਇਹ ਮਤਲਬ ਇਹਨਾਂ ਦੇ ਜਿਹੜੇ ਸਿਸਟਮ ਨੇ ਇਹ ਕਿਹਾ ਕਿ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਕੀਤਾ, ਉਹਨਾਂ ਨੇ ਕੋਈ ਵਾਇਲੈਂਸ ਨਹੀਂ ਕੀਤੀ, ਉਹਨਾਂ 'ਤੇ ਕੋਈ ਇਹੋ ਜਿਹਾ ਕੇਸ ਦਰਜ ਨਹੀਂ ਗਾ। ਇਸ ਕਰਕੇ ਉਹ ਇੱਕ ਜਿਹੜੇ ਮਤਲਬ ਸਿੱਖੀ ਦੇ ਪ੍ਰਚਾਰਕ ਕਹਿੰਦੇ ਆ, ਸਿਸਟਮ ਵੀ ਇਹਨਾਂ ਦੇ ਨੇ RTI ਰਾਹੀਂ ਜਿਨ੍ਹਾਂ ਨੇ ਇਨਫੋਰਮੇਸ਼ਨ ਮੰਗੇ, ਸਿੱਖੀ ਦੇ ਪ੍ਰਚਾਰਕ ਕਿਹਾ ਉਹਨਾਂ ਨੂੰ। ਅਤੇ ਉਹ ਆਪਦੇ ਮਤਲਬ ਸਾਰੇ ਸਿਸਟਮ ਤੋਂ ਅਲੰਘ ਕੇ ਵੀ ਇਹਨਾਂ ਨੂੰ ਅੱਤਵਾਦੀ ਕਹਿਣਾ, ਜਦੋਂ ਕਿ ਇਹਦੇ ਬਾਰੇ ਸਰਕਾਰੀ ਪੱਖ ਵੀ ਜਿਹੜਾ ਹੈਗਾ ਕਲੀਅਰ ਹੋ ਚੁੱਕਾ। ਉਹਨਾਂ ਦਾ ਜਿਹੜਾ ਇੱਕ ਮਤਲਬ ਕੀ ਕਹੋਗੇ ਵੀ ਤੁਸੀਂ ਕੰਪੈਰੇਟਿਵ ਜਿਹਾ ਪੱਖ, ਉਹ ਵੀ ਮਤਲਬ ਉਹਨਾਂ ਦੇ ਬੜੇ ਵੱਡੇ ਜਿਹੜੇ ਪੱਤਰਕਾਰ ਆ ਉਹ ਵੀ ਮੰਨਣ ਨੂੰ ਤਿਆਰ ਨਹੀਂ ਵੀ ਉਹ ਅੱਤਵਾਦੀ ਆ, ਵੀ ਇਹ ਪੰਜਾਬ ਦੇ ਹੱਕਾਂ ਦੀ ਲਹਿਰ ਸੀਗੀ। ਅਤੇ ਪੰਜਾਬ ਦੇ ਹੱਕਾਂ ਦੀ ਲਹਿਰ ਸੀਗੀ ਇਹ, ਪੰਜਾਬ ਨਾਲ ਜੋ ਧੱਕਾ ਹੋ ਰਿਹਾ ਸੀ। ਜਾਂ ਇਦੋਂ ਬਿਨਾਂ ਵੀ ਜੇ ਅਸੀਂ ਦੇਖੀਏ ਵੀ ਗੁਰੂ ਸਾਹਿਬ ਦੇ ਆਸ਼ੇ ਦਾ ਜਿਹੜਾ ਰਾਜ ਹੈਗਾ, ਜਿਹਨੂੰ ਤੁਸੀਂ ਸਰਬੱਤ ਦੇ ਭਲੇ ਦਾ ਰਾਜ ਕਹਿੰਦੇ ਹੈਗੇ ਆ, ਇਹ ਕੁਦਰਤੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਿੱਖ ਜਿਹੜਾ ਮਤਲਬ ਸਾਈਕੀ ਦੇ ਵਿੱਚ ਜਿਹੜੀਆਂ ਚੀਜ਼ਾਂ ਪਈਆਂ ਉਹਨੂੰ ਰਾਈਜ਼ ਕਰ ਰਹੀ ਮੂਵਮੈਂਟ ਸੀਗੀ, ਜਿਹਨੇ ਮੇਨ ਕੀ ਹੈਗਾ, ਜਦੋਂ ਕੋਈ ਵੱਡਾ ਮਹਾਂਪੁਰਸ਼ ਆਉਂਦਾ ਉਹਨੇ ਗੁਰੂ ਸਾਹਿਬ ਦੇ ਆਸ਼ੇ ਦੇ ਮੁਤਾਬਕ, ਬਾਣੀ ਦੇ ਆਸ਼ੇ ਦੇ ਮੁਤਾਬਕ ਢਾਲਣਾ, ਉਹ ਐਟਮੋਸਫੀਅਰ ਬਣਾਉਣਾ ਹੈਗਾ। ਅਤੇ ਉਸ ਐਟਮੋਸਫੀਅਰ ਨੂੰ ਬਣਾਉਣ ਵਾਸਤੇ ਉਹ ਕੋਈ ਵੱਡਾ ਜਿਹੜਾ ਵਿਸਮਾਦੀ ਕੋਈ ਐਟਮੋਸਫੀਅਰ ਕ੍ਰੀਏਟ ਕਰਨ ਵਾਸਤੇ ਵੱਡੇ ਮਹਾਂਪੁਰਸ਼ ਆਉਂਦੇ। ਸੰਤਾਂ ਦਾ ਨਿਸ਼ਾਨਾ ਮਤਲਬ ਜਿਵੇਂ ਤੁਸੀਂ ਕਹਿੰਦੇ ਮਾਨਵਵਾਦੀ ਜਾਂ ਹੋਰ ਚੀਜ਼ਾਂ, ਇਦੋਂ ਵੀ ਉੱਪਰ ਬਹੁਤ ਵੱਡਾ ਨਿਸ਼ਾਨਾ ਸੀਗਾ ਜਿਹੜਾ ਗੁਰੂ ਸਾਹਿਬ ਦਾ ਬੇਗਮਪੁਰਾ ਵਸਾਉਣਾ ਜਾਂ ਵਿਸਮਾਦੀ ਰਾਜ ਵਸਾਉਣ ਤਾਈਂ ਜਾਂਦਾ ਹੈਗਾ, ਸਰਬੱਤ ਦੇ ਭਲੇ ਦੇ ਰਾਜ ਤਾਈਂ ਜਾਂਦਾ। ਪੰਜਾਬ ਦੇ ਹੱਕਾਂ ਦੀ ਲਹਿਰ ਨੂੰ ਅੱਤਵਾਦ ਦੀ ਲਹਿਰ ਪ੍ਰਕਾਸ਼ਿਤ ਕਰ ਦੇਣਾ ਯੂਨੀਵਰਸਿਟੀ ਨੇ, ਹੋਰ ਵੀ ਕਈ ਥਾਵਾਂ 'ਤੇ ਜਿਹੜਾ ਹੈਗਾ ਇਹ ਕੀਤਾ ਜਾਂਦਾ, ਤਾਂ ਇਹ ਧੱਕਾ ਕਿਉਂ ਹੈ? ਮਨਸ਼ਾ ਕੀ ਹੈਗੀ ਹੈ? ਮਨਸ਼ਾ ਇਹਨਾਂ ਨੇ ਜਿਹੜਾ ਮਤਲਬ ਬੇ ਨਫ਼ਰਤ ਫੈਲਾਉਣੀ ਹੈਗੀ ਆ, ਜਿਹੜੀ ਹੀਣ ਭਾਵਨਾ ਹੈਗੀ ਆ ਉਹਨਾਂ ਦੇ ਵਿੱਚ, ਜਿਨ੍ਹਾਂ ਨੇ ਸਰਕਾਰੀ ਪੜ੍ਹਾਈਆਂ ਕੀਤੀਆਂ ਵੀਆਂ, ਸਰਕਾਰੀ ਰੁਤਬੇ ਲਏ ਆ, ਜਾਂ ਸਰਕਾਰ ਤੋਂ ਹੋਰ ਡਿਮਾਂਡ ਕਰਦੇ ਵੀ ਸਾਨੂੰ ਕੁਛ ਨਾ ਕੁਛ ਮਿਲਦਾ ਰਹੇ ਰਿਟਾਇਰ ਹੋ ਕੇ ਵੀ ਜਾਂ ਜੋਬ 'ਚ ਵੀ, ਉਹਨਾਂ ਨੇ ਫਿਰ ਸਰਕਾਰ ਦੇ ਮਨਸ਼ਾ ਮੁਤਾਬਕ, ਏਜੰਸੀਆਂ ਦੇ ਮਨਸ਼ਾ ਮੁਤਾਬਕ ਚੱਲਣਾ ਹੁੰਦਾ ਅਤੇ ਉਹਨਾਂ ਰਾਹੀਂ ਸਮਾਜ 'ਚ ਫੁੱਟ ਵਧਾਉਣੀ ਹੁੰਦੀ ਹੈਗੀ ਆ, ਜਿਹੜੀ ਮਤਲਬ ਟਾਕਰੇ ਦਾ ਮਾਹੌਲ ਪੈਦਾ ਕਰਨਾ ਹੁੰਦਾ ਹੈਗਾ। ਅਤੇ ਉਹ ਮਤਲਬ ਫਿਰਕੂ ਮਾਹੌਲ ਪੈਦਾ ਕਰਕੇ ਉਹਦੇ 'ਚੋਂ ਇਹ ਆਪਦੀਆਂ ਰੋਟੀਆਂ ਸੇਕਦੇ ਆ। ਸੰਤ ਜਰਨੈਲ ਸਿੰਘ ਜੀ ਦਾ ਸਿੱਧਾ ਜਿਹੜਾ ਉਹ ਸਾਰਿਆਂ ਸਰਬੱਤ ਦਾ ਭਲਾ ਚਾਹੁੰਦੇ ਸੀ, ਉਹ ਹਿੰਦੂਆਂ ਦਾ, ਮੁਸਲਮਾਨਾਂ ਦਾ, ਈਸਾਈਆਂ ਦਾ ਕਿਸੇ ਨਾਲ ਵੀ ਉਹ ਕੋਈ ਉਹਨਾਂ ਦਾ ਵੈਰ ਵਿਰੋਧ ਨਹੀਂ ਸੀਗਾ। ਨਾ ਹੀ ਜਿਹੜੇ ਸਾਡੇ ਵੱਡੇ ਲੀਡਰ ਖਾੜਕੂ ਮੂਵਮੈਂਟ 'ਚ ਹੋਏ ਹੈਗੇ ਆ, ਜਦੋਂ ਬਾਅਦ 'ਚ ਸੰਤਾਂ ਤੋਂ ਦੇ ਸ਼ਹਾਦਤ ਤੋਂ ਬਾਅਦ ਮੂਵਮੈਂਟ ਚੱਲਦੀ ਆ, ਐਡੇ ਉੱਚੇ ਕਿਰਦਾਰਾਂ ਦੇ ਸੀਗੇ ਵੀ ਕੋਈ ਅੰਤ ਨਹੀਂ ਗਾ। ਅਤੇ ਇਹ ਸਿਰਫ ਉਹਨਾਂ ਨੂੰ ਬਦਨਾਮ ਕਰਨ ਵਾਸਤੇ ਕੀਤਾ ਜਾਂਦਾ, ਜਾਂ ਖਾਸ ਕਰ ਇਹਦੇ 'ਚ ਨੋਟਸਾਂ ਦੇ ਵਿੱਚ ਵੀ ਜਿਵੇਂ ਕਾਤਲ ਕਿਹਾ ਜਾਂਦਾ ਹੈਗਾ, ਜਾਂ ਮਤਲਬ ਇੰਨੇ ਬੰਦੇ ਕੱਢ ਕੇ ਮਾਰੇ ਗਏ ਇਹ ਉਹ, ਠੀਕ ਆ, ਕੁਛ ਇੱਕ ਮਤਲਬ ਉਹ ਕੰਡੀਸ਼ਨਸ ਹੁੰਦੀਆਂ ਵੀ ਆਹ ਬੰਦਾ ਡਿਜ਼ਰਵ ਕਰਦਾ ਵੀ ਇਹਨੇ ਬਹੁਤ ਜ਼ਿਆਦਾ ਕਤਲੇਆਮ ਮਚਾਇਆ ਪਿਆ, ਇਹਨੂੰ ਮਾਰਨਾ। ਮੂਵਮੈਂਟਾਂ ਇਸ ਪੱਧਰ 'ਤੇ ਜਦੋਂ ਬੰਦਿਆਂ ਬਾਰੇ ਵਿਚਾਰ ਕਰਦੀਆਂ, ਪਰ ਮੈਂ ਪਿੱਛੇ ਜੇ ਕੁਛ ਕੁ ਕਿਤਾਬਾਂ ਆਈਆਂ ਪਹਿਲਾਂ ਵੀ ਇਹ ਦੇਖੀਆਂ ਹੈਗੀਆਂ ਵੀ ਸਿੰਘਾਂ ਵੱਲੋਂ ਡਿਊਟੀ ਲੱਗਦੀ ਹੈਗੀ ਆ ਵੀ ਤੂੰ ਭਾਈ ਫਲਾਨਾ ਬੰਦਾ ਜਿਹੜਾ ਹੈਗਾ ਇਹ ਬਹੁਤ ਜ਼ਿਆਦਾ ਸਾਡਾ ਨਸਲ ਘਾਤ ਕਰ ਰਿਹਾ ਹੈਗਾ, ਇਹਨੂੰ ਮਾਰਨਾ, ਜਾਂ ਸਿੱਖਾਂ ਦੇ ਵਿਰੁੱਧ ਬਹੁਤ ਜ਼ਿਆਦਾ ਮਾੜਾ ਬੋਲ ਰਿਹਾ ਹੈਗਾ, ਗੁਰੂ ਸਾਹਿਬ ਦੇ ਵਿਰੁੱਧ ਮਾੜਾ ਬੋਲ ਰਿਹਾ, ਇਹਨੂੰ ਮਾਰਨਾ ਬਈ, ਇਹਦਾ ਹੁਣ ਕੋਈ ਹੋਰ ਹੱਲ ਨਹੀਂ, ਇਹਦਾ ਕੰਮ ਤਮਾਮ ਕਰੋ। ਪਰ ਉਹ ਜਦੋਂ ਬੰਦਾ ਜਾਂਦੇ ਹੈਗੇ ਖਾੜਕੂ ਸਿੰਘ ਉਹਨਾਂ ਨੂੰ ਘਰੇ ਮਾਰਨ ਜਾਂਦੇ ਆ, ਉਹ ਬੰਦਾ ਆਪਦੇ ਬੱਚਿਆਂ ਨਾਲ ਖੇਡ ਰਿਹਾ, ਕੋਈ ਬੰਦਾ ਆਪਦਾ ਧਾਰਮਿਕ ਕਾਰਜ ਕਰ ਰਿਹਾ ਹੈਗਾ, ਕੋਈ ਧਾਰਮਿਕ ਐਕਟੀਵਿਟੀ ਕਰ ਰਿਹਾ, ਚਾਰ ਉਹਨਾਂ 'ਤੇ ਅਟੈਂਪਟ ਕੀਤੇ ਜਾਂਦੇ ਆ, ਉਹ ਕਿਸੇ ਇਹੋ ਜਿਹੀ ਸਿਚੁਏਸ਼ਨ 'ਚ ਉਹਨਾਂ ਨੂੰ ਜਿਉਂਦਾ ਛੱਡ ਦਿੱਤਾ ਜਾਂਦਾ। ਆਹ ਮਤਲਬ ਸਰਬੱਤ ਦੇ ਭਲੇ ਦੀ ਇਨਸਾਈਟਸ ਲੈ ਕੇ ਉਹ ਜਿਹੜੇ ਹੈਗੇ ਮੂਵਮੈਂਟ ਤੁਰੀ ਵੀ ਸੀਗੀ, ਜਾਂ ਐਡਾ ਉੱਚਾ ਧਾਰਮਿਕ ਉਹਨਾਂ ਦੇ ਅਖਲਾਕ ਸੀ, ਅਕੀਦੇ ਸੀਗੇ, ਉਹਨਾਂ ਨੂੰ ਐਂ ਬਦਨਾਮ ਕਰਨਾ ਇਹ ਨਿਰੀ ਬੇਈਮਾਨੀ ਆ।
ਠੀਕ ਹੈ ਨਾ, ਬਿਲਕੁਲ, ਕਿਉਂਕਿ ਇਹਦੇ ਚ ਨੋਟਸ ਦੇ ਵਿੱਚ ਲਿਖਿਆ ਵੀ ਅੱਤਵਾਦ, ਖਾਲਿਸਤਾਨ ਅੱਤਵਾਦ ਉਹ ਲਹਿਰ ਦੇ ਵਿੱਚ ਇਸ ਤਰ੍ਹਾਂ ਹੋਇਆ, ਨਜਾਇਜ਼ ਬੰਦੇ ਮਾਰੇ। ਹੁਣ ਇਸ ਵਕਤ ਵੀ ਦੁਨੀਆ ਦੇ ਕੁਝ ਮੁਲਕਾਂ ਦੇ ਵਿੱਚ ਅੱਤਵਾਦ ਹੈਗਾ, ਜਦੋਂ ਬੇਗੁਨਾਹ ਲੋਕਾਂ ਨੂੰ, ਜਿੱਦਾਂ ਮਦਰਸਿਆਂ ਦੇ ਵਿੱਚ, ਹੈ ਨਾ, ਸਕੂਲਾਂ ਦੇ ਵਿੱਚ, ਮਸੀਤਾਂ ਦੇ ਵਿੱਚ ਬੰਬ ਲਾ ਕੇ ਨਿਰਦੋਸ਼ ਲੋਕ ਮਾਰ ਦਿੱਤੇ ਜਾਣ, ਬਿਲਕੁਲ ਅੱਤਵਾਦ ਆ। ਤੇ ਖਾੜਕੂ ਲਹਿਰ ਜਿਹੜੀ ਸੀਗੀ, ਇਹਦੇ ਚ ਦੇਖੋ ਇੰਦਰਾ ਗਾਂਧੀ ਸਿੱਖਾਂ ਨੇ ਮਾਰੀ ਹੈਗੀ ਆ, ਬੇਅੰਤ ਸਿੰਘ ਮੁੱਖ ਮੰਤਰੀ, ਜਿਹਨੂੰ ਸਿੱਖ ਬੇਅੰਤ ਸਿੰਘ ਬੁੱਚੜ ਕਹਿੰਦੇ ਆ, ਉਹਨੂੰ ਮਾਰਿਆ ਹੈਗਾ, ਜਨਰਲ ਵੈਦਿਆ, ਬਹੁਤ ਸਾਰੇ ਬੰਦੇ ਮਾਰੇ ਆ, ਮਤਲਬ ਟਾਰਗੇਟ ਕਰਕੇ ਮਾਰੇ ਆ। ਇਹਦਾ ਤੇ ਉਹਦਾ ਮਤਲਬ ਜੇ ਤੁਸੀਂ ਹੋਰ ਥੋੜ੍ਹਾ ਵਿਸਥਾਰ ਕਰਨਾ ਹੋਵੇ, ਇੱਕ ਉਹ ਅੱਤਵਾਦੀ ਸੰਗਠਨਾਂ ਦੀਆਂ ਗਤੀਵਿਧੀਆਂ, ਉਹਨਾਂ ਵੱਲੋਂ ਬੰਦੇ ਮਾਰਨੇ, ਔਰ ਇੱਕ ਪਾਸੇ ਖਾੜਕੂਆਂ ਵੱਲੋਂ ਜਿਹੜੇ ਸਿੱਖ ਖਾਲਿਸਤਾਨੀ ਸੀਗੇ, ਇਹਨਾਂ ਵੱਲੋਂ ਬੰਦੇ ਮਾਰਨੇ, ਕੀ ਭਾਵਨਾ ਦਾ ਫਰਕ ਹੈ, ਕੀ ਤੌਰ ਤਰੀਕੇ ਦਾ ਫਰਕ ਹੈ, ਕਿਹੜੀ ਜਿਹੜੀ ਹੈਗੀ ਉਹ ਸਾਈਕੀ ਦਾ ਫਰਕ ਹੈ ਇਹਨਾਂ ਦੇ ਵਿੱਚ, ਕਿਉਂਕਿ ਇਹਨਾਂ ਦੇ ਤੇ ਉਹਨਾਂ ਦੇ ਵਿੱਚ? ਜਦੋਂ ਭਾਈ ਸਤਵੰਤ ਸਿੰਘ ਜੀ, ਜਿਨ੍ਹਾਂ ਨੇ ਮਤਲਬ ਇੰਦਰਾ ਨੂੰ ਉਹਦੀ ਕੀਤੀ ਦਾ ਜਿਹੜਾ ਮਤਲਬ ਹਿਸਾਬ ਕੀਤਾ ਹੈਗਾ, ਫਲ ਉਹਨੂੰ ਭੁਗਤਾਇਆ ਹੈ, ਉਹ ਨਾ ਮਤਲਬ ਜਦੋਂ ਜੇਲ੍ਹ 'ਚ ਹੈਗੇ ਆ, ਉਦੋਂ ਸਿੱਖਾਂ ਨੂੰ ਮੈਸੇਜ ਭੇਜਦੇ ਆ ਵੀ ਕਿਸੇ ਵੀ ਬੇਗੁਨਾਹ 'ਤੇ ਜਾਂ ਕਿਸੇ ਵੀ ਜੀ ਥੋੜ੍ਹਾ ਬਹੁਤਾ ਜਿਹੜਾ ਕੋਈ ਹਰਕਤ ਕਰਨ ਵਾਲਾ ਹੈਗਾ, ਉਹਦੇ 'ਤੇ ਕਿਸੇ 'ਤੇ ਵਾਰ ਨਹੀਂ ਕਰਨਾ ਗਾ, ਤੁਸੀਂ ਕਿਸੇ ਵੀ ਬੇਗੁਨਾਹ ਨੂੰ ਨਹੀਂ ਮਾਰਨਾ ਗਾ, ਕਿਸੇ ਦਾ ਬੇਗੁਨਾਹ ਦਾ ਖੂਨ ਨਹੀਂ ਵਗਾਉਣਾ ਗਾ। ਮਤਲਬ ਜਿਨ੍ਹਾਂ ਨੂੰ ਇਹ, ਜਾਂ ਸੰਤਾਂ ਬਾਰੇ ਵੀ ਇਹ ਵਰਡ ਬੋਲੇ ਜਾਂਦੇ, ਜਿਹੜੇ ਸਿੱਖ ਮੂਵਮੈਂਟ ਦੇ ਵੱਡੇ ਹੀਰੋ ਹੈਗੇ, ਉਹਨਾਂ ਬਾਰੇ ਵੀ ਇਹ ਗੱਲਾਂ ਕਹੀਆਂ ਜਾਂਦੀਆਂ ਵੀ ਉਹ ਮਰਡਰਰ ਸੀਗੇ ਜੀ, ਮਾਸ ਮਰਡਰ ਕੀਤੇ ਹੈਗੇ ਆ, ਬੱਸਾਂ 'ਚੋਂ ਕੱਢ ਕੇ ਆਹ ਮਾਰੇ ਆ, ਉਹ ਮਤਲਬ ਹੀ ਨਹੀਂ ਕੋਈ ਇਹੋ ਜਿਹੀਆਂ ਚੀਜ਼ਾਂ, ਇਹੋ ਜਿਹੀਆਂ ਮੈਂ ਇਹਨਾਂ ਵਾਸਤੇ ਵਰਡ ਆਈ ਹਾਂ ਵੀ ਕੋਈ ਇਸ ਪ੍ਰਕਿਰਤੀ 'ਚ ਕੋਈ ਸੰਤ ਰੂਹਾਂ ਹੀ ਵਿਚਰ ਰਹੀਆਂ ਸੀਗੀਆਂ, ਜਿਨ੍ਹਾਂ ਨੇ ਦੁਸ਼ਮਣ ਦੇ ਉੱਪਰ ਵੀ ਮਤਲਬ ਜਿਵੇਂ ਦਇਆ ਕੀਤੀ ਹੈਗੀ ਆ। ਅਤੇ ਬਹੁਤ, ਜੇ ਘੱਟ ਤੋਂ ਘੱਟ ਕੋਈ ਬੰਦੇ ਮਾਰੇ ਗਏ ਤਾਂ ਇਸ ਮੂਵਮੈਂਟ 'ਚ ਮਾਰੇ ਗਏ। ਤੁਸੀਂ ਇਹਦੇ ਪੈਰਲਲ ਮੂਵਮੈਂਟਸ ਚੱਲਦੀਆਂ ਦੇਖੋ, ਰਸ਼ੀਆ 'ਚ ਚੱਲੀਆਂ ਹੈਗੀਆਂ, ਫਰਾਂਸ 'ਚ ਚੱਲੀਆਂ ਹੈਗੀਆਂ, ਜਾਂ ਤੁਸੀਂ ਮਤਲਬ ਜਿਹੜਾ ਰੂਸ ਦੇ ਸਮਾਜਵਾਦ 'ਚ 4-5 ਲੱਖ ਕਿਸਾਨ ਹੀ ਮਾਰ ਦਿੱਤਾ ਗਿਆ, ਜਿਹੜੇ ਕਿਸਾਨਾਂ ਦੀ ਸਟਾਲਿਨ ਕਹਿੰਦਾ ਸੀਗਾ ਵੀ ਅਸੀਂ ਕਿਸਾਨਾਂ ਦੇ ਹਿੱਤਾਂ ਵਾਸਤੇ ਜਾਂ ਕਿਰਤੀਆਂ ਦੇ ਹਿੱਤਾਂ ਵਾਸਤੇ ਲੜਦੇ ਹਾਂ, ਉਸ ਰਜੀਮ 'ਚ ਐਂ ਕੀਤਾ ਗਿਆ। ਜਾਂ ਜਿਵੇਂ ਤੁਸੀਂ ਕੁਛ ਕੁ ਮਤਲਬ ਦੇਖਿਆ ਹੈਗਾ ਵੀ ਮਦਰਸਿਆਂ 'ਚ ਜਾਂ ਹੋਰ, ਉਹ ਚੀਜ਼ਾਂ ਇਸ ਮੂਵਮੈਂਟ 'ਚ ਹੈ ਹੀ ਨਹੀਂ। ਹਾਂ, ਜਿਵੇਂ ਤੁਸੀਂ ਦੱਸਿਆ ਵੀ ਬਹੁਤ ਪੀਕ 'ਤੇ ਜਾ ਕੇ ਜਿਹੜੇ ਟਾਰਗੇਟ ਕਰਕੇ, ਉਹਦੇ 'ਚ ਵੀ ਇੱਕ ਪੂਰੀ ਮਰਿਆਦਾ ਮੁਤਾਬਕ ਜਦੋਂ ਇੰਦਰਾ ਮਾਰੀ ਗਈ ਆ, ਇੰਦਰਾ ਨੂੰ ਪਹਿਲਾਂ ਚੇਤਾਵਨੀ ਦਿੱਤੀ ਗਈ ਆ। ਸ਼ਹੀਦ ਸਤਵੰਤ ਸਿੰਘ ਜੀ, ਸ਼ਹੀਦ ਬੇਅੰਤ ਸਿੰਘ ਜੀ ਉਹਨੂੰ ਚੇਤਾਵਨੀ ਦਿੰਦੇ ਹੈਗੇ ਆ ਵੀ ਤਕੜੀ ਹੋ ਜਾ, ਤਿਆਰ ਹੋ ਜਾ, ਤੇਰਾ ਹੁਣ ਅਸੀਂ ਜਿਹੜਾ ਹੈਗਾ ਕੀਤੀ ਦਾ ਫਲ ਤੈਨੂੰ ਭੁਗਤਾਉਣਾ ਹੈ। ਸਿੱਖ ਮਰਿਆਦਾ ਦੇ ਮੁਤਾਬਕ ਉਹਨਾਂ ਨੂੰ ਉਹਨਾਂ ਦੀ ਕੀਤੀ ਦਾ ਫਲ ਭੁਗਤਾਇਆ ਗਿਆ। ਕੋਈ ਕਿਸੇ ਦੇ ਭੱਜਦੇ ਦੇ ਗੋਲੀ ਨਹੀਂ ਮਾਰਨੀ, ਜਿਹੜੇ ਸਿੱਖ ਕੀਤੇ ਆ, ਉਹ ਸਾਰਾ ਮੂਵਮੈਂਟ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਫਾਲੋ ਕਰਨਾ, ਇਹ ਮੂਵਮੈਂਟ ਨੂੰ ਬਹੁਤ ਉੱਪਰਲੇ ਪੱਧਰ 'ਤੇ ਲੈ ਜਾਂਦੀ ਆ। ਅਤੇ ਐਵੇਂ ਨਹੀਂ ਗੇ ਵੀ ਜਿਹੜਾ ਭਾਈ ਹਰਜਿੰਦਰ ਸਿੰਘ ਜਿੰਦਾ ਨੂੰ ਜਾਂ ਭਾਈ ਸੁਖਦੇਵ ਸਿੰਘ ਸੁੱਖਾ ਨੂੰ ਮਜਬੂਰੀ 'ਚ ਸਜ਼ਾ ਸੁਣਾਉਣ ਵਾਲਾ ਜੱਜ ਵੀ ਉਹਨਾਂ ਦਾ ਫੈਨ ਹੋ ਜਾਂਦਾ ਤੇ ਕਹਿੰਦਾ ਵੀ ਇਹ ਕੋਈ ਸੰਤ ਰੂ ਹੈ। ਇਸ ਕਿਸਮ ਦਾ ਮੂਵਮੈਂਟ ਦਾ ਕਿਰਦਾਰ ਸੀਗਾ। ਤਾਂ ਜਿੱਦਾਂ ਇਸ ਨੋਟਿਸ ਦੇ ਵਿੱਚ ਲਿਖਦੇ, ਕਹਿੰਦੇ ਖਾਲਿਸਤਾਨੀ ਸਮਰਥਕ ਅੱਤਵਾਦੀਆਂ ਨੇ ਨਫ਼ਰਤ ਤੇ ਹਿੰਸਾ ਦੀ ਜੋ ਅੱਗ ਬਾਲੀ, ਉਸ ਵਿੱਚ ਪੰਜਾਬ ਦੀ ਸੁੱਖ ਸ਼ਾਂਤੀ ਤੇ ਖੁਸ਼ਹਾਲੀ ਸਭ ਕੁਝ ਸੁਆਹ ਹੋ ਗਿਆ। ਹੁਣ ਅੱਗ ਇਹ ਕਿੰਦੇ ਵੱਲੋਂ ਬਾਲੀ ਗਈ ਸੀ? ਦੇਖੋ, ਜਦੋਂ ਲਹਿਰ ਸ਼ੁਰੂ ਹੁੰਦੀ ਹੈ, ਧਰਮ ਯੁੱਧ ਮੋਰਚਾ ਲੱਗਦਾ, 78 ਚ ਨਿਰੰਕਾਰੀ ਕਾਂਡ ਹੁੰਦਾ, ਅੱਗ ਬਾਲੀ ਕਿੰਦੇ ਵੱਲੋਂ ਗਈ? ਅੱਗ ਦੇਖੋ ਬਾਲੀ ਤਾਂ ਉਸ ਵੇਲੇ ਦੀ ਸਰਕਾਰ ਵੱਲੋਂ ਗਈ ਆ, ਉਸ ਵੇਲੇ ਦੀਆਂ ਏਜੰਸੀਆਂ ਵੱਲੋਂ ਗਈ ਆ। ਜਿਹੜੇ ਨੈਸ਼ਨਲਿਸਟ ਸੀਗੇ, ਹਿੰਦੂ ਮਹਾਸਭੀਏ ਸੀਗੇ, RSS ਸੀਗੀ ਅਤੇ ਕਾਂਗਰਸੀ ਸੀਗੇ, ਇਹ ਸਾਰੇ ਹੀ ਸੀ, ਜਾਂ ਓਵਰਆਲ ਇਹਦੇ 'ਚ ਸਾਰਾ ਸਿਸਟਮ ਹੀ ਸ਼ਾਮਲ ਸੀਗਾ। ਸਾਰੀਆਂ ਸ਼ੁਰੂਆਤ ਉੱਧਰੋਂ ਹੋਈ ਆ, ਸਾਰੀਆਂ ਪਾਰਟੀਆਂ ਸ਼ਾਮਲ ਸੀਗੀਆਂ ਇਹਦੇ ਵਿੱਚ ਕਿਹੜਾ। ਜਾਂ ਜਦੋਂ ਨਾ ਸਰਕਾਰੀ ਸਿਸਟਮ ਆ ਕਿਸੇ ਵੱਡੇ ਘਟਨਾਕ੍ਰਮ ਨੂੰ ਅੰਜਾਮ ਦੇਣਾ, ਜਾਣ ਕੇ ਮਾਹੌਲ ਉਹੋ ਜਿਹਾ ਕ੍ਰੀਏਟ ਕੀਤਾ ਜਾਂਦਾ। ਪੰਜਾਬ 'ਚ, ਹਰਿਆਣੇ 'ਚ ਜਾਂ ਦਿੱਲੀ 'ਚ ਸਿੱਖਾਂ ਨਾਲ ਜਿਹੜਾ ਵਿਹਾਰ ਕੀਤਾ ਗਿਆ, ਐਡਾ ਕੁ ਮਾੜਾ ਵਿਹਾਰ ਕੀਤਾ ਗਿਆ, ਉਹਨਾਂ ਦੀ ਨੂੰ ਮਤਲਬ ਉਹਨਾਂ ਨੂੰ ਕੁੱਟਮਾਰ ਕਰਨੀ, ਉਹਨਾਂ ਦੀਆਂ ਪੱਗਾਂ ਲਾਹੁਣੀਆਂ ਜਾਂ ਉਹਨਾਂ ਦੇ ਮਰਡਰ ਕਰਨੇ, ਇਹੋ ਜਿਹੀਆਂ ਚੀਜ਼ਾਂ ਜਾਣ ਕੇ ਕੀਤੀਆਂ ਗਈਆਂ। ਮਹਾਸ਼ਾ ਪ੍ਰੈਸ ਜਿਹੜੀ ਜੱਗ ਬਾਣੀ ਜਾਂ ਹੋਰ ਉਸ ਵੇਲੇ ਦੇ ਸੀਗੇ, ਉਹ ਜਾਣ ਕੇ ਉਹਨਾਂ ਨੂੰ ਉਕਸਾ ਕੇ ਚੀਜ਼ਾਂ ਨੂੰ ਪੇਸ਼ ਕਰਦੇ ਰਹੇ। ਸਿੱਖਾਂ ਨੂੰ ਪ੍ਰਵੋਕ ਕਰਨ ਦੀ ਕੋਈ ਕਸਰ ਨਹੀਂ ਛੱਡੀ ਗਈ, ਪਰ ਸਿੱਖ ਫਿਰ ਵੀ ਨਹੀਂ ਪ੍ਰਵੋਕ ਹੋਏ। ਅਤੇ ਬੜਾ ਮਤਲਬ ਤੁਸੀਂ ਦੇਖੋ, ਸੰਤਾਂ ਦੀਆਂ ਸਾਡੇ ਇਲਾਕੇ 'ਚ ਨੇੜੇ ਤੇੜੇ ਮਤਲਬ ਹਿੰਦੂ ਪਰਿਵਾਰਾਂ ਦੇ ਉਹ ਹਜੇ ਵੀ ਬੰਦੇ ਜਿਉਂਦੇ ਹੈਗੇ, ਬੈਠੇ ਸਾਨੂੰ ਮਿਲਦੇ ਆ। ਸੰਤਾਂ ਨੇ ਉਹਨਾਂ ਨੂੰ ਚਿੱਠੀਆਂ ਪਾਈਆਂ, ਸੰਤਾਂ ਦੇ ਸਿੰਘਾਂ ਨੇ ਚਿੱਠੀਆਂ ਪਾਈਆਂ ਵੀ ਭਾਈ ਅਸੀਂ ਤੁਹਾਡੇ ਵੈਰੀ ਨਹੀਂ ਗੇ, ਤੁਸੀਂ ਜਿੱਥੇ ਵੀ ਰਹੋਗੇ ਸਾਡੇ ਸਿੱਖ ਤੁਹਾਨੂੰ ਪ੍ਰੋਟੈਕਟ ਕਰਨਗੇ। ਸਿੱਖ ਜਿਹੜਾ ਆਸੇ ਪਾਸੇ ਦੇ ਭਾਈਚਾਰਾ ਉਹ ਤੁਹਾਨੂੰ ਪ੍ਰੋਟੈਕਟ ਕਰੂਗਾ, ਅਸੀਂ ਤੁਹਾਡੇ 'ਤੇ ਹਮਲਾ ਨਹੀਂ ਕਰਾਂਗੇ ਅਤੇ ਨਾ ਹੀ ਕਿਸੇ ਹੋਰ ਨੂੰ ਹਮਲਾ ਕਰਨ ਦਿਆਂਗੇ, ਤੁਸੀਂ ਸਾਡੇ ਭਰਾ ਹੈ। ਸੰਤ ਆਪਦੇ ਲੈਕਚਰਾਂ 'ਚ ਕਹਿੰਦੇ ਰਹੇ ਵੀ ਜਿਹੜਾ ਸੱਚਾ ਹਿੰਦੂ ਉਹ ਮੇਰਾ ਭਰਾ ਹੈਗਾ। ਅਤੇ ਬਿਲਕੁਲ ਇੱਕ ਜਿਹੜਾ ਹੈਗਾ ਝੂਠ ਦੇ ਪਲੰਦੇ ਤਿਆਰ ਕੀਤੇ ਗਏ ਹੈਗੇ ਆ, ਜਿਹੜਾ ਮਤਲਬ
ਇੱਕ ਸਿਸਟਮ ਹੁੰਦਾ ਹੈ ਵੀ ਭੇਖ ਕੋਈ ਵੀ ਧਾਰ ਸਕਦਾ ਹੈਗਾ। ਕਾਲੀਆਂ ਬਿੱਲੀਆਂ ਭੇਖ ਧਾਰ ਕੇ ਬੱਸਾਂ 'ਚੋਂ ਕੱਢ ਕੇ ਬੰਦੇ ਮਾਰਦੀਆਂ ਰਹੀਆਂ ਹੈਗੀਆਂ, ਅਤੇ ਉਹ ਸਾਰਾ ਇੱਕ ਮੂਵਮੈਂਟ ਨੂੰ ਬਦਨਾਮ ਕਰਨ ਵਾਸਤੇ ਕੀਤਾ ਗਿਆ। ਬਹੁਤ ਕੋਈ ਅਣਹੋਣੀ ਬਹੁਤ ਮਾਈਨਰ ਕਿਤੇ ਵਾਪਰੀ ਹੋਵੇ ਜਾਂ ਉਹਨੂੰ ਉਹ ਵੀ ਸਿੱਧੀ ਨਹੀਂ ਕਿਤੇ ਮੁਕਾਬਲੇ 'ਚ ਵਾਪਰੀਆਂ ਹੋਣ, ਉਹ ਮਤਲਬ ਭਾਵੇਂ ਕੋਈ ਬੇਗੁਨਾਹ ਮਾਰਿਆ ਗਿਆ ਹੋਵੇ, ਅਦਰਵਾਈਜ਼ ਇਸ ਮੂਵਮੈਂਟ 'ਚ ਘੱਟ ਤੋਂ ਘੱਟ ਇਹ ਮਤਲਬ ਰੱਖਿਆ ਗਿਆ ਹੈਗਾ ਵੀ ਕਿਤੇ ਬੇਗੁਨਾਹ ਦੀ ਜਾਨ ਨਾ ਜਾਵੇ। ਜਦੋਂ ਲਹਿਰ ਚੱਲਦੀ ਸੀ ਇੱਕ ਪਾਸੇ ਤੇ ਉਹ ਸੀ ਜਿੱਦਾਂ ਇੱਕ ਪਾਸੇ ਖਾੜਕੂ ਸੀਗੇ ਖਾਲਿਸਤਾਨ ਸਮਰਥਕ, ਇੱਕ ਪਾਸੇ ਸੀਗੇ ਭਾਰਤੀ ਫੌਜ ਜਾਂ ਜਿੱਦਾਂ ਪੁਲਿਸ ਸੀਗੀ, ਇੱਕ ਵਿੱਚ ਇੱਕ ਹੋਰ ਵੰਨਗੀ ਸੀਗੀ ਜਿਹੜੀ ਦੇਖਣ ਨੂੰ ਸਿੱਖ ਸੀਗੀ ਔਰ ਉਹਨਾਂ ਦੇ ਨਾਵਾਂ ਦੇ ਨਾਲ ਕਈ ਤੇ ਸਿੰਘ ਵੀ ਲਾਉਂਦੇ ਸੀ, ਪੱਗਾਂ ਵੀ ਬੰਨ੍ਹਦੇ ਸੀ, ਕਈਆਂ ਦਾੜੀਆਂ ਵੀ ਰੱਖੀਆਂ ਸੀ। ਔਰ ਹੁਣ ਉਹ ਗੱਲਾਂ ਜਿਹੜੀਆਂ ਬਾਅਦ 'ਚ ਜਾ ਕੇ ਸਪਸ਼ਟ ਹੋ ਰਹੀਆਂ ਨੇ, ਉਹ ਮੁਖਬਰ ਸੀ, ਉਹ ਟਾਊਟ ਸੀ। ਉਹਨਾਂ ਬਾਰੇ ਤੁਸੀਂ ਅੱਜ ਕੀ ਸੋਚਦੇ ਹੋ ਜਿਹੜੇ ਇਸ ਤਰ੍ਹਾਂ ਦੇ ਲੇਖ ਲਿਖੇ ਜਾ ਰਹੇ ਆ ਕਿ ਇਹਨਾਂ ਪਿੱਛੇ ਕੁਛ ਉਸ ਤਰ੍ਹਾਂ ਉਹਨਾਂ ਲੋਕਾਂ ਦੀ ਵੀ ਸ਼ਰਾਰਤ ਹੋ ਸਕਦੀ ਹੈ? ਬਿਲਕੁਲ ਬਿਲਕੁਲ, ਬੜੇ ਇਹਨਾਂ 'ਚੋਂ ਅਕੈਡਮਿਕਸ ਦੇ ਵਿੱਚ ਜਿਹੜੇ ਹੈਗੇ ਉਹਨਾਂ ਬੰਦਿਆਂ 'ਚੋਂ ਜਿਹੜੇ ਉਸ ਵੇਲੇ ਦੇ ਮੁਖਬਰ ਸੀਗੇ ਉਹ ਅਕੈਡਮਿਕਸ 'ਚ ਸ਼ਾਮਲ ਹੋਏ ਆ। ਸਰਕਾਰ ਨੇ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਨੂੰ ਅਕੈਡਮਿਕਸ 'ਚ ਭਰਤੀ ਕੀਤਾ, ਕਾਲਜਾਂ 'ਚ ਭਰਤੀ ਕੀਤਾ, ਅਤੇ ਬੜੇ ਟਾਊਟ ਭਰਤੀ ਕੀਤੇ ਗਏ ਹੈਗੇ। ਮੈਂ ਪੰਜਾਬੀ ਯੂਨੀਵਰਸਿਟੀ 'ਚ ਨਾਂ ਨਹੀਂ ਲੈਣਾ ਚਾਹੁੰਦਾ, ਬੜਿਆਂ ਨੂੰ ਪਰਸਨਲੀ ਮੈਂ ਜਾਣਦਾ, ਕੁਛ ਰਿਟਾਇਰ ਹੋ ਗਏ, ਕੁਛ ਹੈਗੇ ਆ ਹੁਣ, ਤੇ ਟਾਊਟ ਨੇ, ਉਹ ਟਾਊਟ ਰਹੇ ਉਸ ਵਕਤ, ਟਾਊਟ ਰਹੇ ਹੈਗੇ ਆ। ਕੁਛ ਕੁ ਹੁਣ ਵੀ ਸਟੇਜਾਂ 'ਤੇ ਆਪਦੇ ਆਪ ਨੂੰ ਮਾਰਕਸਿਸਟਾਂ ਦੇ ਕਾਲਡ ਹੋਲਡਰ ਕਹਿੰਦੇ ਆ ਜਾਂ ਸਰਕਾਰ ਦੇ ਟਾਊਟ, ਮਤਲਬ ਅਸੀਂ ਉਸ ਵੇਲੇ ਟਾਊਟ ਮਤਲਬ ਜਿਹੜਾ ਟਾਊਟ ਪੁਣਾ ਕਰਦੇ ਆ। ਕਿਸਾਨ ਸੰਘਰਸ਼ 'ਚ ਵੀ ਇੱਕ ਉਹ ਆਗੂ, ਚਲੋ ਅਸੀਂ ਉਹਦਾ ਨਾਂ ਨਹੀਂ ਲੈਂਦੇ, ਉਹ ਕਹਿੰਦਾ ਸੀ ਨਾ ਅਸੀਂ ਬੰਦੇ ਮਰਵਾਏ, ਕਹਿੰਦੇ ਅਸੀਂ ਖਾਲਿਸਤਾਨੀ ਮਰਵਾਏ। ਹਾਂਜੀ, ਉਹ ਟਾਊਟ ਪੁਣਾ ਮੰਨਦੇ ਹੈਗੇ ਆ, ਆਪਦਾ ਟਾਊਟ ਪੁਣਾ ਉਹ ਮੰਨ ਰਹੇ ਆ। ਅਤੇ KPS ਗਿੱਲ ਦੀ ਜਿਹੜੀ ਇੱਕ ਇੰਟਰਵਿਊ ਹੈਗੀ, ਮੈਂ ਕਾਫੀ ਕੋਟ ਵੀ ਕੀਤੀ, ਕਾਊਂਟਰ ਟੈਰਰਿਜ਼ਮ ਅਤੇ ਪ੍ਰੇਮ ਮਹਾਦੇਵਨ ਦੀ ਜਿਹੜੀ ਕਿਤਾਬ ਆ, KPS ਗਿੱਲ ਆਪ ਕਹਿੰਦਾ ਹੈਗਾ ਕਿ ਸਾਨੂੰ ਜਿਹੜੇ ਆ ਟਾਊਟ ਆ ਉਹ ਕਾਮਰੇਡ ਪ੍ਰਭਾਵਿਤ ਪਿੰਡਾਂ ਤੋਂ ਮਿਲ ਰਹੇ ਹੈਗੇ ਆ, ਜਾਂ ਹੋਰ ਲੱਭੀਜ਼ ਦਾ ਵੀ ਐਂ ਵੱਖ-ਵੱਖ ਕਿਤਾਬਾਂ 'ਚ RSS ਦਾ ਵੀ ਜ਼ਿਕਰ ਹੈਗਾ। RSS ਆਪ ਵੀ ਮੰਨ ਰਹੀ ਆ ਵੀ ਅਸੀਂ ਇਹ ਕੰਮ ਕੀਤਾ ਅਡਵਾਨੀ ਦੀ ਕਿਤਾਬ 'ਚ, ਜਾਂ ਹੋਰ ਬਹੁਤ ਲਿਟਰੇਚਰ ਇਹ ਚੀਜ਼ਾਂ ਹੈਗੀਆਂ, ਅਤੇ ਉਹ ਸਰਕਾਰੀ ਧਿਰਾਂ ਵੱਲੋਂ ਕੀਤਾ ਗਿਆ, ਟਾਊਟ ਧਿਰਾਂ ਵੱਲੋਂ ਕੀਤਾ ਗਿਆ। ਪਰ ਜਿਹੜਾ ਜ਼ਿਆਦਾ ਗੁੰਮਰਾਹ ਕਰਨ ਵਾਲਾ ਹੈਗਾ ਹੈ ਨਾ, ਇੱਕ ਤਾਂ ਪਤਾ ਲੱਗ ਜਾਂਦਾ ਵੀ ਇਹ ਜਿਹੜਾ ਹੈਗਾ ਫਲਾਨੀ ਲੌਬੀ ਦਾ ਬੰਦਾ। ਜਦੋਂ ਭੇਖ ਧਾਰ ਕੇ ਤੁਹਾਡੇ ਵਿੱਚ ਕੋਈ ਆ ਕੇ ਬਹਿ ਜਾਂਦਾ ਹੈਗਾ, ਬਿਲਕੁਲ ਤੁਹਾਡੇ ਵਰਗਾ ਸਰੂਪ ਧਾਰ ਕੇ, ਅਤੇ ਉਹਨਾਂ ਨੇ ਵੀ ਬਹੁਤ ਪੈਸਾ ਵੀ ਇਕੱਠਾ ਕੀਤਾ, ਅਤੇ ਖਾੜਕੂਆਂ ਦੇ ਨਾਂ 'ਤੇ ਮਤਲਬ ਉਹੋ ਜਿਹੇ ਦਿੱਖ ਰੱਖ ਕੇ ਸਭ ਕੁਛ ਕਰਕੇ ਉਹ ਬਹੁਤ ਖਤਰਨਾਕ ਟਾਊਟਪੁਣਾ ਉਹ ਚੱਲਿਆ ਹੈਗਾ। ਉਹ ਚੱਲਿਆ ਬਹੁਤ, ਭਾਵੇਂ ਛੋਟੇ ਪੱਧਰ 'ਤੇ ਚੱਲਿਆ, ਗਿਣਤੀ ਘੱਟ ਸੀ, ਪਰ ਉਹਨੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈਗਾ ਜਿਹੜੇ ਬੁੱਕਲ ਦੇ ਸੱਪ ਸੀਗੇ। ਤਾਂ ਖਾੜਕੂ ਸੰਘਰਸ਼ ਦੇ ਵਿੱਚ ਜਿੱਦਾਂ ਹੁਣ ਅਸੀਂ ਮਾਲਵੇ 'ਚ ਬੈਠੇ ਹਾਂ, ਇਹਨਾਂ ਇਲਾਕਿਆਂ 'ਚ ਅਸੀਂ ਵੀ ਕਾਫੀ ਇੰਟਰਵਿਊਜ਼ ਕੀਤੀਆਂ। ਚੂੜ ਚੱਕ ਦਾ ਇੱਕ ਹਿੰਦੂ ਜੈਂਟਲਮੈਨ ਦਾ ਪਰਿਵਾਰ ਆ ਜਿਹਨੂੰ ਮਨਜਿੰਦਰ ਸਿੰਘ ਈਸੀ ਹੁਣੀ ਜਿਹੜੇ ਆ, ਭਾਈ ਭੁਪਿੰਦਰ ਸਿੰਘ ਬੁੱਧ ਸਿੰਘ ਵਾਲਾ KLF ਦਾ ਗਰੁੱਪ ਸੀਗਾ, ਉਹਨਾਂ ਵੱਲੋਂ ਅਗਵਾ ਕੀਤਾ ਗਿਆ ਸੀ। ਉਹ ਅਜੇ ਜਿਉਂਦੇ ਆ, ਉਹ ਤੇ ਕਹਿੰਦੇ ਸਾਡਾ ਜੀ ਨਹੀਂ ਸੀ ਕਰਦਾ ਘਰੇ ਆਉਣ ਨੂੰ। ਔਰ ਜਿੱਦਾਂ ਜਰਮਨ ਦਾ ਜਿਹੜਾ ਹੈਗਾ ਰਾਡੋ ਐਂਬੈਸਡਰ ਨੂੰ ਜਦੋਂ ਅਗਵਾ ਕਰਦੇ ਆ ਮਨਜਿੰਦਰ ਸਿੰਘ ਈਸੀ ਹੋਣੀ ਸਾਰੇ, ਸਿੰਘ ਭਾਈ ਦਲਜੀਤ ਸਿੰਘ ਹੋਣੀ ਸਾਰੇ, ਔਰ ਉਹਨੂੰ 58 ਦਿਨ ਰੱਖਦੇ ਆ। ਔਰ ਉਸ ਤੋਂ ਬਾਅਦ ਉਹ ਖਾੜਕੂਆਂ ਦੇ ਗੁਣ ਗਾਉਂਦਾ, ਕਹਿੰਦਾ ਮੈਨੂੰ ਤੇ ਘਰ ਤੋਂ ਸੋਹਣਾ ਮਾਹੌਲ ਮਿਲਿਆ। ਤਾਂ ਖਾੜਕੂਆਂ ਦਾ ਜੀਵਨ ਤੇ ਇਸ ਤਰ੍ਹਾਂ ਦਾ ਸੀਗਾ। ਫਿਰ ਇਹ ਪ੍ਰਚਾਰਿਆ ਇੰਨਾ ਨਾਵਾਚਕ, ਇੰਨਾ ਜਿਹੜਾ ਹੈਗਾ ਨਾ ਪੱਖੀ, ਇੰਨਾ ਕਰੂਰਤਾ ਭਰਿਆ ਉਹਨਾਂ ਦਾ ਜਿਹੜਾ ਹੈਗਾ ਪ੍ਰਚਾਰ ਕਿਹੜੇ ਕਿਹੜੇ ਬੰਦੇ ਕਰਦੇ ਰਹੇ ਆ, ਜਾਂ ਕਿਹੜੀਆਂ ਕਿਹੜੀਆਂ ਏਜੰਸੀਆਂ ਜਾਂ ਕਿਹੜੀਆਂ ਧਿਰਾਂ ਕਰਦੀਆਂ ਰਹੀਆਂ ਨੇ? ਉਹਨਾਂ 'ਚ ਕੁਛ ਧਿਰਾਂ ਅਜੇ ਵੀ ਜਿਹੜੀਆਂ ਕਾਇਮ ਹੈਗੀਆਂ ਤੁਹਾਨੂੰ ਲੱਗਦੀਆਂ? ਬਿਲਕੁਲ ਜੀ, ਜਿਹੜੇ ਸਟੇਟ ਦੇ ਜ਼ਿਆਦਾ ਬੰਦੇ ਸੀਗੇ ਇਹਦੇ ਦੇ ਵਿੱਚ, ਸਟੇਟ ਨੇ ਅਕੈਡਮਿਕਸ 'ਚ ਭਰਤੀ ਕੀਤੀ। ਇੱਕ ਤੁਹਾਨੂੰ ਮੈਂ ਬੜੀ ਖਤਰਨਾਕ ਲੱਗੂਗੀ ਗੱਲ ਉਹ ਦੱਸਦਾ ਮੂਵਮੈਂਟ ਬਾਰੇ। ਤੁਸੀਂ ਦੇਖੋਗੇ ਵੀ ਜਿਹੜੀਆਂ ਕਿਤਾਬਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ, ਜਿਵੇਂ PUCL ਵੱਲੋਂ ਕਿਤਾਬਾਂ ਛਾਪੀਆਂ ਗਈਆਂ ਜਿਨ੍ਹਾਂ ਨੇ ਮਤਲਬ 1984 ਦੇ ਨਵੰਬਰ ਦੇ ਕਤਲੇਆਮ 'ਤੇ ਕਿਤਾਬਾਂ ਲਿਖੀਆਂ ਹੈਗੀਆਂ, ਅਤੇ ਐਂ ਲੱਗਦਾ ਵੀ ਉਹ ਸਿੱਖਾਂ ਦਾ ਪੱਖ ਵੀ ਮਤਲਬ ਦੱਸ ਰਹੀਆਂ ਹੈਗੀਆਂ, ਜਾਂ ਇਹ ਮਤਲਬ ਇੱਕ ਗਿਣਤੀਆਂ ਮਿਣਤੀਆਂ ਉਹਨਾਂ ਨੇ ਵੀ ਦੱਸੀਆਂ। ਬੜੇ ਕਲਪਰੇਟਸ ਨੂੰ ਵੀ ਸਾਹਮਣੇ ਲਿਆਏ ਵੀ ਆਹ ਬੰਦਾ ਜਿਹੜਾ ਹੈਗਾ, ਜਿਵੇਂ ਜਗਦੀਸ਼ ਟਾਈਟਲਰ ਨੂੰ ਜਾਂ ਹੋਰਾਂ ਨੂੰ PUCL ਦਾ ਤਾਰਕੁੰਡੇ ਦੀਆਂ ਜਿਹੜੀਆਂ ਮਤਲਬ ਫਾਰਵਰਡ ਲਿਖੀਆਂ ਵੀਆਂ ਕਿਤਾਬਾਂ, ਹੂ ਆਰ ਦਾ ਗਿਲਟੀ ਆ, ਜਾਂ ਉਹ ਮੈਂ ਭਾਂਤ ਦੱਸ ਰਿਹਾ ਵੀ ਉਸ ਕਿਸਮ ਦੀਆਂ ਜਿਹੜੀਆਂ ਕਿਤਾਬਾਂ, ਉਹਨਾਂ ਨੇ ਬੜੇ ਤੱਥ ਵੀ ਉਭਾਰੇ। ਪਰ ਜਿਹੜਾ ਸਟਾਰਟਿੰਗ 'ਚ ਉਹਨਾਂ ਦਾ ਇੱਕ ਫੈਕਟ ਆ ਜਿਹੜਾ, ਜਾਂ ਸਟਾਰਟਿੰਗ ਲੈ ਕੇ ਚੱਲਦੀਆਂ, ਉਹ ਕਹਿੰਦੀਆਂ ਵੀ ਇਹ ਜਿਹੜਾ ਕੰਮ ਹੋਇਆ ਇਹਦਾ ਕਾਰਨ ਦਰਬਾਰ ਸਾਹਿਬ ਤੇ ਜਿਹੜਾ ਸਿੱਖਾਂ ਨੇ ਕੰਮ ਕੀਤਾ ਹੈਗਾ ਉਹ ਆ। ਮਤਲਬ ਵੱਡੀਆਂ ਵੱਡੀਆਂ ਜਿਹੜੀਆਂ ਉਹ ਜਿਹੜੀਆਂ ਤੁਸੀਂ ਕਹਿੰਦੇ ਵੀ ਚੰਗੀਆਂ ਕਿਤਾਬਾਂ ਹੈ ਮਤਲਬ ਮੰਨਿਆ ਜਾਂਦਾ, ਉਹਨਾਂ ਦੇ ਵਿੱਚ ਵੀ ਇਹ ਮੰਨਿਆ ਗਿਆ ਵੀ ਜਿਹੜਾ ਦਰਬਾਰ ਸਾਹਿਬ 'ਚ ਸਰਕਾਰ ਦਾ ਵਿਰੋਧ ਹੋਇਆ ਜਾਂ ਜਿਸ ਢੰਗ ਦਾ ਕੰਮ ਹੋਇਆ ਉੱਥੇ ਮਤਲਬ ਉਹ ਸੋ ਕਾਲਡ ਇੱਕ ਮਿੱਥ ਬਣਾਈ ਗਈ ਵੀ ਤੁਸੀਂ ਹਥਿਆਰ ਲੈ ਕੇ ਵੜ ਗਏ, ਜੇ ਹੋਇਆ ਉਹ ਮਾੜਾ ਹੋਇਆ, ਉਹਦੇ ਇਵਜ਼ 'ਚ ਦਿੱਲੀ 'ਚ ਜਿਹੜਾ ਹੈਗਾ ਆਹ ਕੰਮ ਹੋਇਆ। ਐਂ ਮਤਲਬ ਲਿਟਰੇਚਰ ਨੂੰ ਬਹੁਤ
ਤਰੀਕੇ ਨਾਲ ਐਨਾਲਿਟਿਕਲੀ ਦੇਖਣ ਦੀ ਲੋੜ ਆ। ਇਹਨੂੰ ਤਾਂ ਐਨਾਲਿਟਿਕਲੀ ਦੇਖ ਸਕਦੇ ਹਾਂ ਅਸੀਂ, ਮਤਲਬ ਜਿਹੜਾ ਇਹਨਾਂ ਦੀਆਂ ਰਿਪੋਰਟਾਂ ਹੈਗੀਆਂ ਅਤੇ ਉਹਦੇ 'ਚ ਆਪਾਂ ਦੇਖਦੇ ਹਾਂ ਵੀ ਆਏ ਆ। ਹੋਰ ਬੜੀਆਂ ਧਿਰਾਂ ਹੈਗੀਆਂ, ਜਾਂ ਜਿਹੜਾ ਇਹਦੇ 'ਚ ਮੈਂ ਇੱਕ ਹੋਰ ਦੇਖਦਾ ਵੀ ਜਿਹੜੇ ਇਹਦੇ 'ਚ ਨੋਟਸਾਂ ਦੇ ਵਿੱਚ ਜਾਂ ਇਸ ਕਿਤਾਬਚੇ 'ਚ ਜਿਹੜਾ ਇੰਡੀਅਨ ਗੌਰਮੈਂਟ ਨੇ ਵਾਈਟ ਪੇਪਰ ਲਿਖਿਆ ਉਹਨੂੰ ਕੋਟ ਕੀਤਾ ਗਿਆ। ਹੁਣ ਇੰਡੀਅਨ ਗੌਰਮੈਂਟ ਨੇ ਵਾਈਟ ਪੇਪਰ ਜਿਹੜਾ ਲਿਖਿਆ ਹੈਗਾ ਉਹਦੇ 'ਚ ਉਹਨੇ ਆਪਦਾ ਪੱਖ ਪੇਸ਼ ਕਰਨਾ ਸੀਗਾ, ਬਹੁਤ ਕਮੀਨਗੀ ਨਾਲ ਪੇਸ਼ ਕਰਨਾ ਸੀ, ਉਹਨੂੰ ਆਧਾਰ ਬਣਾਇਆ ਜਾ ਰਿਹਾ। ਖੁਸ਼ਵੰਤ ਸਿੰਘ ਜਿਹੜਾ ਮਤਲਬ ਤੁਸੀਂ ਦੇਖਦੇ ਹੈਗੇ ਆ ਵੀ ਉਸ ਗਰੋਹ ਦਾ ਮੈਂਬਰ ਰਿਹਾ, ਪੂਰਾ ਜਿਹੜਾ ਸਰਕਾਰ ਦਾ ਦੁਮਛੱਲਾ ਰਿਹਾ, ਉਹਨਾਂ ਨੂੰ ਇਹਦਾ ਪਾਰਟ ਬਣਾਇਆ ਗਿਆ। ਟ੍ਰਿਬਿਊਨ ਵਰਗੇ ਅਖਬਾਰ ਨੂੰ ਜਿਹਨੇ ਅੱਤਵਾਦੀ ਸ਼ਬਦ ਸਪੈਸ਼ਲ ਸਿੱਖਾਂ ਵਾਸਤੇ ਘੜਿਆ, ਇੱਕੋ ਦਿਨ ਕਸ਼ਮੀਰ ਦੇ ਮੂਵਮੈਂਟ ਵਾਸਤੇ, ਤਾਮਿਲਾਂ ਦੀ ਮੂਵਮੈਂਟ ਵਾਸਤੇ ਅਤੇ ਸਿੱਖਾਂ ਦੀ ਮੂਵਮੈਂਟ ਵਾਸਤੇ ਖਬਰ ਲੱਗਦੀ ਇੱਕੋ ਦਿਨ ਦੇ ਅਖਬਾਰ 'ਚ। ਬਾਕੀ ਸਾਰਿਆਂ ਵਾਸਤੇ ਤਾਮਿਲ ਜਾਂ ਕਸ਼ਮੀਰੀ ਕਿਹਾ ਜਾਂਦਾ, ਸਿੱਖਾਂ ਵਾਸਤੇ ਅੱਤਵਾਦੀ ਸ਼ਬਦ ਸਪੈਸ਼ਲ ਉਹ ਉਸੇ ਖਬਰ 'ਚ ਇੱਕੋ ਦਿਨ ਵਰਤਿਆ ਜਾਂਦਾ। ਉਹਨਾਂ ਚੀਜ਼ਾਂ ਨੂੰ ਤਾਂ ਆਧਾਰ ਬਣਾਇਆ ਗਿਆ ਇਹਦਾ। ਬਾਕੀ ਇਹਦੇ 'ਚ ਕਾਮਰੇਡ ਲੌਬੀਜ਼ ਹੈਗੀਆਂ ਬਹੁਤ ਜਿਹੜੀਆਂ ਇਨਵੋਲਵ ਹੈਗੀਆਂ। ਜਾਂ ਤੁਸੀਂ ਕਈ ਵਾਰੀ ਨਾ ਅਸੀਂ ਨਾਂ ਦੇਖ ਲੈਂਦੇ ਵੀ ਕਿਤਾਬਾਂ ਦੇ ਨਾਂ ਉੱਤੇ ਕੋਈ ਹਥਿਆਰਬੰਦ ਸਿੰਘ ਦੀ ਫੋਟੋ ਲਾਈ ਵੀ ਹੈਗੀ ਆ, ਕਿਤਾਬਾਂ ਦਾ ਨਾਂ ਕੋਈ ਇਹੋ ਜਿਹਾ ਰੱਖਿਆ ਹੈਗਾ, ਅਤੇ ਉਹ ਲੱਗਦਾ ਹੈਗਾ ਵੀ ਦੇਖਣ 'ਚ ਵੀ ਇਹ ਸਿੱਖ ਹਿੱਤਾਂ ਦੀ ਕਿਤਾਬ ਹੋਊ। ਪੱਛਮ 'ਚੋਂ ਵੀ ਇਹ ਜਿਹੜੀਆਂ ਐਂਥਰੋਪੋਲੋਜੀ ਵੱਲੋਂ ਦੇ ਪ੍ਰੋਫੈਸਰਾਂ ਵੱਲੋਂ ਲਿਖੀਆਂ ਗਈਆਂ, ਇੱਥੋਂ ਵੀ ਉਹਦੇ 'ਚ ਬਹੁਤ ਕੁਛ ਮੈਕਲਿਓਡੀਅਨ ਲੌਬੀ ਦਾ ਮਤਲਬ ਜਿਹੜਾ ਜ਼ਿਕਰ ਹੈਗਾ ਐਂਟੀ ਸਿੱਖ ਤਰੀਕੇ ਨਾਲ ਲਿਖਿਆ ਗਿਆ। ਸਾਈ ਲੌਬੀਜ਼ ਨੇ ਲਿਖਿਆ ਹੈਗਾ, ਐਂ ਜਿਹੜੀਆਂ ਜਨਸੰਘ ਨੇ, ਹਿੰਦੂ ਮਹਾਂਸਭਾ ਨੇ, RSS ਨੇ, ਉਹਨਾਂ ਨੇ ਤਾਂ ਕਰਨਾ ਹੀ। ਕਾਮਰੇਡ ਲੌਬੀਜ਼ ਵੀ ਉਵੇਂ ਲਿਖਦੀਆਂ ਰਹੀਆਂ ਹੈਗੀਆਂ। ਤੁਸੀਂ ਮੈਂ ਤੁਹਾਨੂੰ ਇੱਕ ਮੈਂ ਚੀਜ਼ ਕੋਟ ਕਰਦਾ, ਖੁਸ਼ਵੰਤ ਸਿੰਘ ਤੁਸੀਂ ਦੇਖ ਲਓ, ਐਡੀ ਕਮੀਨਗੀ ਨਾਲ ਤੁਸੀਂ ਮਤਲਬ ਜਿਹੜਾ ਹੈਗਾ ਕੀ ਤੁਸੀਂ ਕਹੋਗੇ ਨਿਊਟਰਲ ਹੋਣ ਦੀ ਕੋਸ਼ਿਸ਼ ਕਰ ਸਕਦੇ ਆ। ਮਤਲਬ ਉਹ ਕਹਿੰਦਾ ਐਕਸੀਡੈਂਟਲੀ ਬੋਰਨ ਇਨ ਅ ਸਿੱਖ ਫੈਮਿਲੀ, ਅਦਰਵਾਈਜ਼ ਆਈ ਹੈਵ ਨੋ ਰਿਲੇਸ਼ਨ ਵਿਦ ਸਿੱਖਸ ਔਰ ਸਿੱਖਿਜ਼ਮ। ਵੀ ਮੈਂ ਅਚਾਨਕ ਐਕਸੀਡੈਂਟਲੀ ਸਿੱਖ ਧਰਮ 'ਚ ਜਨਮ ਹੋ ਗਿਆ ਮੇਰਾ, ਜਿਹੜਾ ਪੰਜਾਬ ਦਾ ਦੁਖਾਂਤ ਵਾਲੀ ਉਹਦੀ ਕਿਤਾਬ ਆ, ਟ੍ਰੈਜਡੀ ਆਫ ਪੰਜਾਬ। ਅਦਰਵਾਈਜ਼ ਸਿੱਖਾਂ ਨਾਲ ਅਤੇ ਸਿੱਖ ਧਰਮ ਨਾਲ ਮੇਰਾ ਕੋਈ ਸੰਬੰਧ ਨਹੀਂ। ਇਹ ਹੁਣ ਨਿਊਟਰਲ ਹੋਣ ਦੀ ਕਮੀਨਗੀ ਆ। ਇਸ ਹੱਦ ਤਾਈਂ ਬੰਦੇ ਗਏ ਹੈਗੇ, ਉਹਨਾਂ ਨੂੰ ਸਟੇਟ ਨੇ ਪ੍ਰਮੋਟ ਕੀਤਾ, ਅਤੇ ਇਹੋ ਜਿਹੀਆਂ ਬਹੁਤ ਲੌਬੀਜ਼ ਹੈਗੀਆਂ ਜਿਹੜੀਆਂ ਕੰਮ ਕਰ ਰਹੀਆਂ। ਇੱਕ ਤੇ ਜਿੱਦਾਂ ਹੈ ਨਾ ਇਹਨਾਂ ਨੇ ਲਿਖਿਆ ਖਾਲਿਸਤਾਨੀ ਅੱਤਵਾਦ, ਪਰ ਜਿਹੜਾ ਉਸ ਸੰਘਰਸ਼ ਦੇ ਸਮੇਂ 78 ਤੋਂ ਲੈ ਕੇ ਪਿਛਲੇ ਜਿਹੜਾ 5 ਦਹਾਕਿਆਂ ਦੇ ਵਿੱਚ ਸਿੱਖ ਪਰਿਵਾਰਾਂ 'ਤੇ ਬੀਤੀ, ਜਿਹੜਾ ਉਹਨਾਂ ਪਰਿਵਾਰਾਂ 'ਤੇ ਬੀਤੀ ਜਿਹੜੇ ਸਿਰਫ ਘਰੇ ਆਏ ਨੂੰ ਜਿਹੜਾ ਗੁਰੂ ਦਾ ਹੁਕਮ ਹੈ ਲੰਗਰ ਹੀ ਛਕਾ ਦਿੰਦੇ ਸੀ, ਘਰੇ ਆਏ ਨੂੰ ਪਾਣੀ ਪਿਆ ਦਿੰਦੇ ਸੀਗਾ, ਜਿਹੜਾ ਉਹਨਾਂ 'ਤੇ ਬੀਤੀ, ਜਿਹੜੀਆਂ ਉਹਨਾਂ ਦੀਆਂ ਬੀਬੀਆਂ ਨਾਲ ਬੀਤੀ, ਉਸ ਅੱਤਵਾਦ ਦੇ ਬਾਰੇ ਕੌਣ ਲਿਖੂਗਾ? ਬਿਲਕੁਲ। ਇੱਕ ਤਾਂ ਹੈ ਜਿਹੜੇ ਸਾਡੇ ਪੰਜਾਬ ਦੀ ਇਹ ਰੀਤ ਆ ਵੀ ਅਸੀਂ ਘਰੇ ਆਏ ਨੂੰ ਪ੍ਰਸ਼ਾਦਾ ਪਾਣੀ ਜਾਂ ਚਾਹ ਪਾਣੀ ਜੋ ਵੀ ਹੈ ਛਕਾਉਂਦੇ ਆ, ਉਹ ਕੋਈ ਗੁਨਾਹ ਨਹੀਂ ਗਾ। ਅਤੇ ਬੜੇ ਜਿਨ੍ਹਾਂ ਨੇ ਵਿਚਾਰਿਆਂ ਨੇ ਇੰਨਾ ਐਫਰਟ ਵੀ ਨਹੀਂ ਕੀਤੀ ਗੀ, ਜੇ ਵੈਸੇ ਹੀ ਜਿਵੇਂ 10ਵੇਂ ਆਪਣੇ ਪਹਿਲੇ ਪਾਤਸ਼ਾਹ ਕਹਿੰਦੇ ਆ ਨਾ, ਧੰਨ ਜੋ ਬੰਦੇ ਵੈਰੀ ਹੋਏ ਜੇ ਨਾ ਰੱਖੇ ਰੰਗ ਲਾਏ, ਬਾਬਰ ਦੇ ਹਮਲੇ ਵੇਲੇ, ਵੀ ਜਿਨ੍ਹਾਂ ਦੇ ਘਰੇ ਕੋਈ ਸੁਹੱਪਣਾ ਸੋਹਣੀ ਧੀ ਭੈਣ ਆ ਜਾਂ ਪੈਸਾ ਧੇਲਾ ਹੈ, ਬੜੇ ਆਏ ਵੀ ਜਿਹਨੂੰ ਦੇਖਿਆ ਵੀ ਇਹ ਚੰਗੀ ਜ਼ਮੀਨ ਜਾਇਦਾਦ ਵਾਲਾ ਹੈ ਜਾਂ ਇਹਦੇ ਘਰੇ ਹੁਸਨ ਧੀ ਭੈਣ ਹੈ, ਉਹਨਾਂ ਨੂੰ ਟਾਰਗੇਟ ਕੀਤਾ ਗਿਆ ਕਿ ਇਸ ਬਹਾਨੇ 'ਚ ਇਹਦੀ ਧੀ ਦੀ ਬੇਪਤੀ ਕਰੋ, ਇਹਦੀ ਭੈਣ ਦੀ ਬੇਪਤੀ ਕਰੋ, ਜਾਂ ਮਤਲਬ ਇਹ ਇੱਕ ਇਹਨਾਂ ਦਾ ਬੰਦਾ ਚੱਕ ਲਓ ਅਤੇ ਉਦੋਂ ਬਾਅਦ ਇਹਨਾਂ ਤੋਂ ਪੈਸੇ ਮੰਗੇ ਜਾਣ। ਇਹ ਚੀਜ਼ਾਂ ਹੋਈਆਂ ਹੈਗੀਆਂ। ਜਿਹੜਾ ਕਿਹਦੇ ਵੱਲੋਂ ਕੀਤਾ ਗਿਆ? ਸਟੇਟ ਵੱਲੋਂ ਕੀਤਾ ਗਿਆ, ਸਟੇਟ ਦੀਆਂ ਪੁਲਿਸ ਵੱਲੋਂ ਕੀਤਾ ਗਿਆ, ਸਟੇਟ ਦੀਆਂ ਫੋਰਸਿਸ ਵੱਲੋਂ ਕੀਤਾ ਗਿਆ, ਜਿਹੜੀਆਂ ਮਿਲਟਰੀ ਵੱਲੋਂ ਕੀਤਾ, ਬਲੈਕ ਕੈਟਸ ਵੱਲੋਂ ਵੀ, ਬਲੈਕ ਕੈਟਸ ਵੱਲੋਂ ਕੀਤਾ ਗਿਆ, ਕਾਲੀਆਂ ਬਿੱਲੀਆਂ ਜਿਹਨਾਂ ਨੂੰ ਕਹਿੰਦੇ ਅਜ਼ਹਾਰ ਆਲਮ ਦੀ ਜਿਹੜੀ ਆਲਮ ਸੈਨਾ, ਉਹਨਾਂ ਵੱਲੋਂ ਕੀਤਾ ਗਿਆ। ਇਹ ਪੂਲਾ ਜਿਹੜਾ ਪੂਲੇ ਦੀਆਂ ਬਾਅਦ 'ਚ ਚੀਜ਼ਾਂ ਨਿਕਲਦੀਆਂ, ਉਹੋ ਜਿਹੇ ਦਰਿੰਦੇ ਕਾਤਲ ਆ ਉਹ ਕਰਦੇ ਰਹੇ ਆ, ਪੁਲਿਸ ਆਪ ਕਰਦੀ ਰਹੀ ਆ। ਮਤਲਬ ਇੱਥੋਂ ਤਾਈਂ ਮਤਲਬ ਇਹ ਕਹਿ ਕੇ ਵੀ ਰੇਪ ਕਰ ਇਹ ਕਹਿੰਦੇ ਰਹੇ ਵੀ ਅਸੀਂ ਤੁਹਾਡੀਆਂ ਨਸਲਾਂ ਬਦਲ ਦਿਆਂਗੇ, ਜਾਂ ਤੁਸੀਂ ਐਂ ਵੀ ਥਾਣਿਆਂ ਦੇ ਵਿੱਚ ਅੱਜ ਕੱਲ੍ਹ ਲੀਗਲ ਪ੍ਰੋਸੀਜਰ ਨੂੰ ਬੜਾ ਮੰਨਿਆ ਜਾਂਦਾ ਹੈਗਾ, ਜਾਂ ਅੱਜ ਵੀ ਹਿਊਮਨ ਐਕਟੀਵਿਸਟ, ਰਾਈਟਸ ਦੇ ਐਕਟੀਵਿਸਟ ਆ ਜਿਹੜੇ ਉਹ ਗੱਲਾਂ ਕਰਦੇ ਆ ਵੀ ਮਾਤਾ ਦੇ ਸਾਹਮਣੇ, ਪਿਤਾ ਦੇ ਸਾਹਮਣੇ ਉਹਦੀ ਵਾਈਫ ਨੂੰ, ਉਹਦੇ ਧੀ ਨੂੰ ਅਤੇ ਉਹਦੇ ਪੁੱਤ ਨੂੰ, ਮਤਲਬ ਪੂਰੇ ਪਰਿਵਾਰ ਨੂੰ ਨੰਗਾ ਕਰਨਾ, ਅਤੇ ਪਿਸ਼ਾਬ ਉਹਨਾਂ ਨੂੰ ਕਹਿਣਾ ਵੀ ਤੁਸੀਂ ਇੱਕ ਦੂਜੇ ਦੇ ਮੂੰਹ 'ਚ ਕਰੋ। ਇਹੋ ਜਿਹੀਆਂ ਇਸ ਦਰਿੰਦਗੀ ਤਾਈਂ ਇਹਨਾਂ ਦੇ ਨੋਟਸ ਕਿਉਂ ਨਹੀਂ ਲਏ? ਜਦੋਂ ਤੁਸੀਂ ਪੰਜਾਬ ਦੀ ਮੂਵਮੈਂਟ ਨੂੰ ਸਟੱਡੀ ਕਰਦੇ ਹੈਗੇ ਆ, ਇਸ ਚੀਜ਼ ਦਾ ਨੋਟਸ ਕਿਉਂ ਨਹੀਂ ਲਿਆ ਗਿਆ? ਖਾਲੜਾ ਜੀ ਇੱਕ ਐਡੇ ਮਤਲਬ ਹਿਊਮਨ ਰਾਈਟਸ ਕਮਿਸ਼ਨ ਦੇ ਫਿਰ ਮਤਲਬ ਉਹਨਾਂ ਨੇ ਕਿਸੇ ਕਿਸਮ ਦਾ ਪੱਖਪਾਤ ਨਹੀਂ ਕੀਤਾ। ਉਹਨਾਂ ਨੇ ਐਡੇ ਵੱਡੇ ਐਨਕਾਊਂਟਰਸ ਦਾ ਜ਼ਿਕਰ ਕੀਤਾ, 25,000 ਲਾਸ਼ਾਂ ਦਾ ਇੱਕ ਜ਼ਿਲ੍ਹੇ 'ਚੋਂ ਜ਼ਿਕਰ ਕੀਤਾ।
ਉਹਨਾਂ ਦਾ ਨੋਟਿਸ ਨਹੀਂ ਲਿਆ ਗਿਆ। ਜਿਹੜੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਆ ਜਾਂ ਜਿਵੇਂ ਐਂਥਰੋਪੋਲੋਜਿਸਟ ਵੈਸਟ 'ਚੋਂ ਆਉਂਦੇ ਆ, ਜਿਨ੍ਹਾਂ 'ਚੋਂ ਆਪਣੀ ਜਿਹੜੀ ਜੋਇਸ ਪੈਟੀਗਰਿਊ ਉਹਦਾ ਬਹੁਤ ਵੱਡਾ ਨਾਂ ਹੈ ਅਤੇ ਉਹਨੇ ਬਹੁਤ ਕਮਾਲ ਦੀ ਕਿਤਾਬ ਲਿਖੀ ਹੈਗੀ, ਉਹਦਾ ਨੋਟਿਸ ਹੀ ਨਹੀਂ ਲਿਆ ਗਿਆ। ਕੋਈ ਵੀ ਜਿਹੜੀ ਅਨਬਾਇਸਡ ਕਿਤਾਬ ਆ ਉਹਦਾ ਨੋਟਿਸ ਨਹੀਂ ਲਿਆ ਗਿਆ, ਜਿਹਨੇ ਸਿਨੈਰੀਓ ਨੂੰ ਬਿਲਕੁਲ ਮਤਲਬ ਸਾਫ਼ ਕਰਕੇ ਦਿਖਾਉਣਾ ਚਾਹਿਆ ਹੈਗਾ, ਉਹਦਾ ਨੋਟਿਸ ਨਹੀਂ ਲਿਆ ਗਿਆ ਇਹਦੇ 'ਚ। ਇਹਨਾਂ ਮਤਲਬ ਜਿਹੜੇ ਕਿਤਾਬਚੇ 'ਚ ਵੀ ਜਾਂ ਓਵਰਆਲ ਸਿਸਟਮ 'ਚ ਵੀ ਜਦੋਂ ਸਿੱਖਾਂ 'ਤੇ ਚਾਹੇ ਉਹ ਜਿਹੜਾ ਸਿੱਧੂ ਦੀ ਕਿਤਾਬ ਹੈ ਜੀ ਵੀ ਸਿੱਧੂ ਦੀ, ਉਹਦੀ ਜਾਂ ਹੋਰ ਜਿੰਨੀਆਂ ਵੀ ਆ ਰਹੀਆਂ, ਜਦੋਂ ਕੋਈ ਪੰਜਾਬ ਦੇ ਹੱਕਾਂ ਦੀ ਗੱਲ ਕਰਦਾ ਉਦੋਂ ਤਾਂ ਕਹਿੰਦੇ ਆ ਵੀ ਇਹ ਸਿੱਖ ਧਿਰਾਂ ਦਾ ਨੈਰੇਟਿਵ ਕ੍ਰੀਏਟ ਕਰ ਰਿਹਾ ਅਤੇ ਇਹ ਵਨ ਡਾਇਮੈਂਸ਼ਨਲ ਉਹਨੂੰ ਜਾਂ ਸਿੰਗਲ ਡਾਇਮੈਂਸ਼ਨਲ ਕਿਹਾ ਜਾਂਦਾ। ਪਰ ਦੂਜੇ ਪਾਸੇ ਬੇਸ਼ਰਮੀ ਨਾਲ ਸਿੰਗਲ ਡਾਇਮੈਂਸ਼ਨਲ ਜਿਹੜੀਆਂ ਹੈਗੀਆਂ ਨੈਰੇਟਿਵ ਪੈਦਾ ਕੀਤਾ ਜਾਂਦਾ, ਹਿੰਦੂ ਨੈਰੇਟਿਵ ਪੈਦਾ ਕੀਤਾ ਜਾਂਦਾ, ਸਟੇਟ ਦਾ ਨੈਰੇਟਿਵ ਪੈਦਾ ਕੀਤਾ ਜਾਂਦਾ, ਉਹਨੂੰ ਸਟੇਟ ਪ੍ਰਮੋਟ ਕਰਦੀ ਹੈਗੀ ਆ, ਉਹਨੂੰ ਅਕੈਡਮਿਕਸ 'ਚ ਜਿਹੜਾ ਹੈਗਾ ਪ੍ਰਮੋਟ ਕੀਤਾ ਜਾਂਦਾ ਹੈਗਾ, ਯੂਨੀਵਰਸਿਟੀਆਂ 'ਚ ਪ੍ਰਮੋਟ ਕੀਤਾ ਜਾਂਦਾ, ਕਾਲਜਾਂ 'ਚ ਕੀਤਾ ਜਾਂਦਾ ਹੈਗਾ, ਅਤੇ ਉਹਦੇ ਵੇਰੀ ਸਾਰਾ ਕੁਛ ਭੁੱਲ ਦਿੱਤਾ ਜਾਂਦਾ ਹੈ। ਜਿਹੜੇ ਨੋਰਮਸ ਹੈਗੇ ਰਿਸਰਚ ਦੇ, ਸਾਰਾ ਉਹਨਾਂ ਚੀਜ਼ਾਂ ਨੂੰ ਸਿੱਕੇ ਟੰਗ ਦਿੱਤਾ ਜਾਂਦਾ। ਦਰਬਾਰ ਸਾਹਿਬ ਦੀ ਪਰਿਕਰਮਾ 'ਚ ਕੀ ਕੁਛ ਹੋਇਆ, ਸਿੱਖਾਂ ਦੇ ਪਰਿਵਾਰਾਂ ਨਾਲ ਕੀ ਕੁਛ ਹੋਇਆ, ਉੱਥੇ ਬੱਚਿਆਂ ਨੂੰ ਸਰੋਵਰ ਦੇ ਵਿੱਚ ਕਰੰਟ ਛੱਡ ਕੇ ਸੁੱਟ ਦਿੱਤਾ ਗਿਆ। ਬਿਲਕੁਲ ਬਿਲਕੁਲ ਜੀ। ਜਾਂ ਜਿਵੇਂ ਉਹ ਦਰਬਾਰ ਸਾਹਿਬ ਦੇ ਵਿੱਚ ਤੁਸੀਂ ਦੇਖਦੇ ਹੋ ਵੀ ਮੈਂ ਪਹਿਲਾਂ ਵੀ ਦੱਸਿਆ ਬੀਬੀ ਜਿਹੜੀ ਜਸਵੀਰ ਕੌਰ ਆ, ਸ਼ਾਇਦ ਉਹਨਾਂ ਦਾ ਨਾਂ, ਜਿਨ੍ਹਾਂ ਦੇ 5-6 ਮਤਲਬ ਪਰਿਵਾਰਕ ਮੈਂਬਰ ਵੀ ਸ਼ਹੀਦ ਹੋਏ। ਉਹ ਕਹਿੰਦੇ ਮਰੇ ਪਏ ਬੱਚੇ ਜਿਹੜੇ ਹੈਗੇ ਬੰਦਿਆਂ ਦੇ, ਔਰਤਾਂ ਮਰਦਾਂ ਦੇ ਠੁੱਡੇ ਮਾਰ ਫੌਜ ਕਹਿ ਰਹੀ ਹੈ ਵੀ ਤੁਸੀਂ ਲੜੋ, ਲੜਦੇ ਕਾਹਤੋਂ ਨਹੀਂ ਹੋਣ। ਜਾਂ ਇੱਕ ਮਰੀ ਮਾਂ ਜਿਹੜੀ ਹੈਗੀ ਆ, ਮਰੀ ਮਾਂ ਦੇ ਉੱਤੋਂ ਉਹਦਾ 3-4 ਸਾਲ ਦਾ ਬੱਚਾ ਹੈਗਾ, ਉਹਨੂੰ ਚਿੰਬੜਿਆ ਹੋਇਆ ਹੈ, ਉਹਨੂੰ ਚੱਕ ਕੇ ਲੱਤ ਨਾਲ ਫੜ ਕੇ ਅਸਮਾਨ ਵੱਲ ਨੂੰ ਚਲਾਇਆ ਜਾਂਦਾ ਅਤੇ ਉੱਪਰੋਂ ਡਿੱਗਦੇ ਅਤੇ ਉਹਦੇ 'ਤੇ ਫਾਇਰ ਮਾਰ ਕੇ ਉਹਨੂੰ ਸ਼ਹੀਦ ਕੀਤਾ ਜਾਂਦਾ ਹੈਗਾ। ਆਹ ਚੀਜ਼ਾਂ ਵਾਪਰਦੀਆਂ ਇੱਥੇ ਕਿਰਾਂ। ਅਤੇ ਉਹ ਇੱਕ ਮੈਂ ਫੋਟੋ ਬਹੁਤ ਦਿਖਾਈ ਆ ਵੀ ਖੁੱਲ੍ਹੀਆਂ ਅੱਖਾਂ 'ਚ ਜਿਹੜਾ 3 ਸਾਲ ਦਾ ਬੱਚਾ ਸ਼ਹੀਦ ਹੁੰਦਾ ਅਤੇ ਉਹਦਾ ਇੱਥੋਂ ਸਰੀਰ ਪਾੜਿਆ ਜਾਂਦਾ ਹੈਗਾ। 3 ਸਾਲ ਦੇ ਬੱਚੇ ਤੋਂ ਤੁਸੀਂ ਕੀ ਪੁੱਛ ਗਿੱਛ ਕਰਨੀ ਚਾਹੁੰਦੇ ਸੀ। ਜਾਂ ਜਿਹੜੀ ਇਸ ਸਿਸਟਮ ਦੇ ਵਿੱਚ ਮੈਂ ਨਾਂ ਵੀ ਲੈਣਾ ਹੈਗਾ, ਅਖਬਾਰਾਂ 'ਚ ਸਾਰੇ ਉਹ ਛਪੇ ਆ, ਕੀ ਨਾਂ ਜਿਹੜੀ ਉਹ ਦਿੱਲੀ 'ਚੋਂ ਆਮ ਆਦਮੀ ਵੱਲੋਂ BJP ਵੱਲੋਂ ਚੋਣ ਲੜੀ ਸੀਗੀ ਪੁਲਿਸ ਆਫੀਸਰ, ਉਹਦਾ ਮੈਂ ਨਾਂ ਹੁਣ ਦਾ ਬੇਦੀ ਜਿਹੜੀ ਹੈਗੀ ਆ, ਨਹੀਂ ਕਿਰਨ ਬੇਦੀ ਇੱਕ ਮਤਲਬ ਪੰਜਾਬ 'ਚ ਅਪੁਆਇੰਟਡ ਹੁੰਦਿਆਂ ਟੌਰਚਰ ਕਰਦੀ ਹੈਗੀ ਆ। ਇੱਕ ਮਾਂ ਨੂੰ ਚੱਕ ਲਿਆਉਂਦੀ ਆ, ਉਹਦਾ ਬੱਚਾ ਛੋਟਾ ਜਿਹਾ ਨਾਲ ਆ, ਅਤੇ ਉਹਦੇ ਬੱਚੇ ਨੂੰ ਬਰਫ਼ ਦੀ ਸਿਲ 'ਤੇ ਰੱਖ ਦਿੰਦੀ ਆ, ਅਤੇ ਉਹਦਾ ਬੱਚਾ ਬਰਫ਼ ਦੀ ਸਿਲ 'ਤੇ ਸਵਾਸ ਤਿਆਗ ਜਾਂਦਾ ਹੈਗਾ। ਸਵਾਸ ਤਿਆਗਣ ਤੋਂ ਬਾਅਦ ਵੀ ਠੰਡਾ ਹੋ ਕੇ ਉਹ ਨੀਲਾ ਹੋ ਜਾਂਦਾ, ਉਹਦੀ ਡੈੱਡ ਬੋਡੀ, ਅਤੇ ਉਹ ਬਰਫ਼ ਦੀ ਸਿਲ ਦੇ ਵਿੱਚ ਹੀ ਜੰਮ ਜਾਂਦਾ। ਉਹਨੂੰ ਸਿਲ ਭੰਨ ਕੇ ਤੋੜ ਕੇ ਕੱਢਣਾ ਪੈਂਦਾ। ਐਡੇ ਵੱਡੇ ਲੈਵਲ 'ਤੇ ਸਾਡਾ ਜਿਹੜਾ ਹੈਗਾ ਘਾਣ ਹੋਇਆ, ਟੌਰਚਰ ਹੋਇਆ, ਸਾਡੇ ਨਾਲ ਖੂਨੀ ਖੇਡ ਖੇਡੀ ਗਈ, ਜਿਹਨੂੰ ਤੁਸੀਂ ਸ਼ਰੇਆਮ ਨੰਗੇ ਚਿੱਟੇ ਸ਼ਬਦਾਂ 'ਚ ਖੂਨੀ ਖੇਡ ਹੀ ਕਹੋਗੇ, ਉਹਨੂੰ ਖੂਨੀ ਖੇਡ ਕਹਿਣ ਦੀ ਇਹਨਾਂ ਨੇ ਹਿੰਮਤ ਨਹੀਂ ਕੀਤੀ। ਜਿਹੜਾ ਦਰਿਆ ਹੈ, ਸਾਡੇ ਦਰਿਆ 'ਚ ਲਾਸ਼ਾਂ ਆਉਂਦੀਆਂ ਰਹੀਆਂ ਹੈਗੀਆਂ। ਸਤਲੁਜ ਜਿਹੜਾ ਹੈਗਾ, ਉਹ ਮਹਿਬੂਬ ਸਾਹਿਬ ਆਪਦੀ ਪੋਇਟਰੀ 'ਚ ਵੀ ਕਹਿੰਦੇ ਹੈਗੇ, ਹਰਿੰਦਰ ਸਿੰਘ ਮਹਿਬੂਬ, ਵੀ ਸਤਲੁਜ ਲਾਸ਼ਾਂ ਦਾ ਭਰਿਆ ਆਉਂਦਾ ਹੈਗਾ। ਜਿਹੜੀ ਚਾਨਣ ਦੀ ਰਾਤ ਦੀਆਂ ਕਵਿਤਾਵਾਂ ਹੈਗੀਆਂ, ਉਹਦੇ 'ਚ ਉਹ ਕਹਿੰਦੇ ਆ ਮੂਵਮੈਂਟ ਨੂੰ ਲੈ ਕੇ, ਉਹਦਾ ਕੋਈ ਨੋਟਿਸ ਨਹੀਂ ਲਿਆ ਗਿਆ। ਇਸ ਕਰਕੇ ਸਾਰਾ ਜਿਹੜੀ ਹਿਸਟਰੀ ਆ ਇਹ ਬਾਇਸਡ ਆ, ਇਹ ਵਨ ਸਾਈਡਡ ਹੈਗੀ ਹੈ, ਸਰਕਾਰੀ ਸੇਵਾ ਹੈਗੀ ਆ, ਸਰਕਾਰ ਦੇ ਦੁਮਛੱਲਿਆਂ ਵੱਲੋਂ ਸਰਕਾਰ ਦਾ ਲਿਖਿਆ ਗਿਆ ਇਤਿਹਾਸ ਆ ਜੀ। ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਨੋਟਿਸ ਨੂੰ ਜਿਹੜਾ ਹੈਗਾ ਉਹ ਰੱਦ ਕਰਨ ਦੀ ਅਪੀਲ ਕੀਤੀ ਗਈ ਹੈ। ਬਹੁਤ ਸਾਰਾ ਇਤਿਹਾਸ ਆ, ਕਦੇ ਉਹਨਾਂ ਪਰਿਵਾਰਾਂ ਦਾ ਹਾਲ ਜਾ ਕੇ ਪੁੱਛੋ, ਕਦੇ ਮਾਝੇ 'ਚ ਮਾਲਵੇ 'ਚ ਉਹਨਾਂ ਛੱਤਾਂ ਨੂੰ ਜਾ ਕੇ ਦੇਖੋ ਜਿਹੜੀਆਂ ਅਜੇ ਤੱਕ ਉਸ ਤਰ੍ਹਾਂ ਹੀ ਡਿੱਗੀਆਂ ਹੋਈਆਂ, ਜਿਹੜੀਆਂ ਉਸ ਵਕਤ ਦੇ ਸਰਕਾਰੀ ਅੱਤਵਾਦ ਦੇ ਸ਼ਿਕਾਰ ਹੋਏ ਸਿੱਖਾਂ ਦੇ ਘਰਾਂ ਦੀਆਂ ਹੈਗੀਆਂ। ਇਹ ਨੋਟਿਸ ਲਿਖਣ ਵਾਲੇ AS ਖਾਨ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਅੱਤਵਾਦ ਸਿੱਖਾਂ ਨੇ ਸ਼ੁਰੂ ਨਹੀਂ ਕੀਤਾ, ਸਰਕਾਰ ਨੇ ਸ਼ੁਰੂ ਕੀਤਾ ਸੀਗਾ। ਇਸ AS ਖਾਨ ਨੂੰ ਇਹ ਸ਼ਾਇਦ ਨਹੀਂ ਪਤਾ ਕਿ ਤੁਹਾਡੀ ਕੌਮ 'ਤੇ ਵੀ ਗੁਜਰਾਤ ਦੇ ਵਿੱਚ ਅੱਤਵਾਦ ਹੋਇਆ, ਉਹਨਾਂ ਨੂੰ ਜਿਉਂਦਿਆਂ ਨੂੰ ਸਾੜਿਆ ਗਿਆ। ਤਾਂ ਇੱਕ ਪਾਲਿਸੀ ਤਹਿਤ, ਇੱਕ ਪਲੈਨਿੰਗ ਤਹਿਤ, ਇੱਕ ਬੜੇ ਵੱਡੇ ਜਿਹੜਾ ਹੈਗਾ ਉਹ ਏਜੰਡੇ ਤਹਿਤ ਯੂਨੀਵਰਸਿਟੀਆਂ ਦੇ ਵਿੱਚ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਜਿਹੜਾ ਇਤਿਹਾਸ ਪੜ੍ਹਾਇਆ ਜਾ ਰਿਹਾ, ਉਹ ਗੁਰੂ ਸਾਹਿਬਾਨ ਦੇ ਖਿਲਾਫ, ਸਿੱਖ ਸੰਘਰਸ਼ ਦੇ ਖਿਲਾਫ, ਸਿੱਖ ਲਹਿਰਾਂ ਦੇ ਖਿਲਾਫ, ਸਿੱਖ ਯੋਧਿਆਂ ਦੇ ਖਿਲਾਫ ਜਿਹੜਾ ਹੈਗਾ ਉਹ ਤੋੜ ਮਰੋੜ ਕੇ ਪੜ੍ਹਾਇਆ ਜਾ ਰਿਹਾ ਹੈਗਾ। ਹੋਰ ਤੁਸੀਂ ਜਾਂਦੇ ਜਾਂਦੇ ਕੀ ਕਹਿਣਾ? ਬਹੁਤ ਮਤਲਬ ਇਹ ਚੀਜ਼ਾਂ ਵਾਪਰਦੀਆਂ ਵੀ ਘਟਨਾਵਾਂ ਤਾਂ ਇੱਥੇ ਇੰਨੀਆਂ ਕੁ ਹੋਈਆਂ ਹੈਗੀਆਂ, ਦਰਿੰਦਗੀ ਦੀ ਕੋਈ ਘਾਟ ਨਹੀਂ। ਸਟੇਟ ਜਿਹੜੀ ਹੈਗੀ ਆ ਨਾ, ਸਟੇਟ ਨੇ ਇੱਕ ਨੈਰੇਟਿਵ ਕ੍ਰੀਏਟ ਕਰਨਾ ਹੁੰਦਾ, ਉਹਦਾ ਜਿਹੜਾ ਆਧਾਰ ਹੁੰਦਾ ਉਹ ਮੀਡੀਆ ਹੁੰਦਾ ਹੈਗਾ, ਅਖਬਾਰ, TV ਚੈਨਲ, ਕਿਤਾਬਾਂ ਹੁੰਦੀਆਂ ਹੈਗੀਆਂ। ਮੈਂ ਹਿਸਟਰੀ ਦਾ ਮਤਲਬ ਸਟੂਡੈਂਟ ਹੋਣ ਦੇ ਨਾਤੇ ਤੁਸੀਂ ਦੇਖਦੇ ਆ ਵੀ ਅੰਗਰੇਜ਼ ਜਾਂਦੇ ਰਹੇ ਇੱਥੋਂ,
ਅੰਗਰੇਜ਼ ਜਾਂਦੇ ਰਹੇ, ਪਰ ਉਹਨਾਂ ਦਾ ਨੈਰੇਟਿਵ ਵੈਸਟ ਚੋਂ ਹਜੇ ਵੀ ਥਰੋ ਹੋ ਰਿਹਾ ਹੈਗਾ। ਐਂ ਮਤਲਬ ਇਹ ਜਿਹੜਾ ਹੈਗਾ ਹੈ, ਸਰਕਾਰ ਕੋਈ ਵੀ ਆਉਂਦੀ ਹੈਗੀ ਆ, ਪਾਰਟੀ ਕਿਸੇ ਦੀ ਵੀ ਸਰਕਾਰ ਆਉਂਦੀ ਆ, ਉਹ ਨੈਰੇਟਿਵ ਉਹੀ ਥਰੋ ਕਰਦੀ ਹੈਗੀ ਆ ਜਿਹੜਾ ਐਂਟੀ ਸਿੱਖ ਹੈਗਾ। ਏਜੰਸੀ ਦੋ ਨੈਰੇਟਿਵ ਥਰੋ ਕਰਦੀਆਂ ਹੈਗੀਆਂ। ਗਿਆਨ ਬਹੁਤ ਖਤਰਨਾਕ ਚੀਜ਼ ਹੈ ਇਸ ਸਮੇਂ 'ਚ, ਮਾਫ਼ ਕਰਨਾ ਮੈਂ ਇਹ ਸ਼ਬਦ ਵਰਤ ਰਿਹਾ, ਕਿਉਂਕਿ ਗਿਆਨ ਜਿਹੜਾ ਹੈਗਾ ਉਹ ਕੌਮਾਂ ਨੂੰ ਨਸ਼ਟ ਕਰਨ ਵਾਸਤੇ, ਜਿਹੜੀਆਂ ਅਣਖੀ ਕੌਮਾਂ ਹੈਗੀਆਂ ਉਹਨਾਂ ਨੂੰ ਨਸ਼ਟ ਕਰਨ ਵਾਸਤੇ ਗਿਆਨ ਜਿਹੜਾ ਹੈਗਾ ਪ੍ਰਬੰਧ ਘੜੇ ਜਾਂਦੇ ਆ। ਜੇ ਤੁਸੀਂ ਜਾਰਜ ਔਰਵੈਲ ਦਾ ਨਾਵਲ 1984 ਦੇਖਦੇ ਆ, ਕੋਇਨਸੀਡੈਂਸਲੀ ਉਹਦਾ ਨਾਂ ਵੀ 1984 ਹੈਗਾ। ਉਹ ਮਤਲਬ ਇਹ ਗੱਲ ਕਰਦਾ ਇਸ ਸਮੇਂ ਦੀ, ਅਸਲ 'ਚ 1956-57 'ਚ ਜਦੋਂ ਉਹ ਨਾਵਲ ਲਿਖਦਾ ਅਤੇ ਉਹ ਇਮੈਜਿਨ ਕਰਦਾ 1984 ਨੂੰ, ਕੋਇਨਸੀਡੈਂਸਲੀ ਉਹ ਇਮੈਜੀਨੇਸ਼ਨ 1984 ਹੁੰਦੀ ਆ, ਅਤੇ ਉਹ 1956-57 'ਚ ਇਹ ਕਹਿੰਦਾ ਵੀ 84 'ਚ ਸਮਾਂ ਆ ਹੋਊਗਾ। ਉਹ ਕਹਿੰਦਾ ਵੀ ਉਦੋਂ ਇੱਕ ਗੌਰਮੈਂਟ ਵੱਲੋਂ ਇਤਿਹਾਸ ਲਿਖਣ ਵਿਭਾਗ ਬਣਾ ਦਿੱਤਾ ਜਾਊਗਾ। ਹੁਣ ਉਹ ਕੰਮ ਹੋ ਰਿਹਾ ਹੈ ਕਿ ਇਤਿਹਾਸ ਦਾ ਸਰਕਾਰੀਕਰਨ ਕੀਤਾ ਜਾ ਰਿਹਾ। ਹੌਲੀ ਹੌਲੀ ਆਉਣ ਵਾਲੇ ਸਮੇਂ 'ਚ ਦੇਖਣਾ ਵੀ, ਜਿਵੇਂ ਜਾਰਜ ਔਰਵੈਲ ਨੇ, ਮੈਂ ਉਹ ਜਾਣ ਕੇ ਹਵਾਲਾ ਦੇ ਰਿਹਾ, ਉਹਨੇ ਕਿਹਾ ਨਾ ਵੀ ਸਰਕਾਰ ਇੱਕ ਮੰਤਰਾਲਾ ਬਣਾ ਦੂਗੀ, ਇਤਿਹਾਸ ਲਿਖਣ ਮੰਤਰਾਲਾ, ਉਹ ਇਤਿਹਾਸ ਲਿਖਿਆ ਕਰੂਗੀ। ਸਰਕਾਰ ਮਤਲਬ ਇਹ ਕਹੂਗੀ ਵੀ ਹੁਣ ਸਾਡਾ ਕੰਮ ਹੈਗਾ ਇਤਿਹਾਸ ਅਸੀਂ ਲਿਖਣਾ, ਲੋਕ ਇਤਿਹਾਸ ਲਿਖਣ ਵਾਲੇ ਕੁਛ ਨਹੀਂ। ਇਹ ਸਾਰੀਆਂ ਚੀਜ਼ਾਂ ਉੱਧਰ ਨੂੰ ਵੱਧ ਰਹੀਆਂ ਹੈਗੀਆਂ। ਇਹ ਮਤਲਬ ਅਕੈਡਮਿਕਸਤਾ ਦੇ ਬੁਰਕੇ ਦੇ ਵਿੱਚ, ਸੈਕੂਲਰਿਜ਼ਮ ਦੇ ਬੁਰਕੇ ਦੇ ਵਿੱਚ ਮਤਲਬ ਸਾਰੀਆਂ ਚੀਜ਼ਾਂ ਮਤਲਬ ਆਨੇ ਬਹਾਨੇ ਬਹੁਤ ਲੁਕ ਛਿਪ ਕੇ ਉਹਨਾਂ ਨੂੰ ਖੁੱਲ੍ਹੇਆਮ ਪ੍ਰਚਾਰਿਆ ਵੀ ਜਾ ਰਿਹਾ, ਲੁਕ ਛਿਪ ਕੇ ਜਿਹੜਾ ਇਹ ਮਤਲਬ ਇਤਿਹਾਸ ਐਂ ਲਿਖਿਆ ਜਾ ਰਿਹਾ। ਬਸ ਜਿੱਦਾਂ ਸਿੱਖ ਇੱਕ ਆਜ਼ਾਦ ਵੱਖਰੀ ਹੋਂਦ ਹਸਤੀ ਵੱਖਰੀ ਕੌਮ ਹੈ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਵੀ ਪਿਛਲੇ ਕੁਝ ਸਮਿਆਂ ਦੇ ਵਿੱਚ ਜਿਹੜਾ ਹੈਗਾ ਕਈ ਤਰ੍ਹਾਂ ਦੀ ਇਸ ਤਰ੍ਹਾਂ ਦੀ ਆਜ਼ਾਦੀ ਜਿਹੜੀ ਹੈਗੀ ਆ ਬਿਆਨਬਾਜ਼ੀ ਕੀਤੀ ਹੈ। ਤਾਂ ਕੀ ਸਿੱਖਾਂ ਨੂੰ ਆਪਣਾ ਵੱਖਰਾ ਸਿੱਖ ਇਤਿਹਾਸ ਬੋਰਡ ਜਾਂ ਸਿੱਖ ਜਿਹੜਾ ਹੈਗਾ ਉਹ ਵਿੱਦਿਆ ਦਾ ਬੋਰਡ ਨਹੀਂ ਬਣਾਉਣਾ ਚਾਹੀਦਾ, ਜਾਂ ਕੁਛ ਇਸ ਤਰ੍ਹਾਂ ਦੀ ਪਹਿਲ ਕਰ ਦੇਣੀ ਚਾਹੀਦੀ ਹੈ? ਘੱਟੋ ਘੱਟ ਜਿੱਥੇ ਇਸ ਤਰ੍ਹਾਂ ਦੀ ਛੇੜਖਾਨੀ ਹੁੰਦੀ ਹੈ, ਜਾਂ ਪੰਜਾਬ ਦੇ ਵਿੱਚ ਜਿਹੜਾ ਇਤਿਹਾਸ ਪੜ੍ਹਾਇਆ ਜਾਣਾ, ਜਿਹੜਾ ਬਾਕੀ ਕੁਛ ਪੜ੍ਹਾਉਣਾ ਉਹ ਸਰਕਾਰਾਂ ਕਰਨ ਆਪਣਾ ਤਿਆਰ, ਜਾਂ ਘੱਟੋ ਘੱਟ ਜਿਹੜਾ ਇਤਿਹਾਸ ਪੜ੍ਹਾਉਣਾ ਹੈ ਉਹ ਤਾਂ ਸਿੱਖ ਇਤਿਹਾਸ ਦੇ ਵਿੱਚ ਸਿੱਖਾਂ ਦੀ ਸ਼ਮੂਲੀਅਤ ਦੇ ਸਕਣ। ਸਿੱਖਾਂ ਦਾ ਐਡੇ ਕਮਾਲ ਦੇ ਜਿਹੜੇ ਸਕਾਲਰ ਹੋਏ ਨੇ, ਇਤਿਹਾਸਕਾਰ ਹੋਏ ਨੇ। ਬਿਲਕੁਲ, ਦੇਖੋ ਜਿਵੇਂ ਸਿੱਖ ਇਤਿਹਾਸ ਲਿਖਣ ਬੋਰਡ ਹੈਗਾ ਸ਼੍ਰੋਮਣੀ ਕਮੇਟੀ ਵੱਲੋਂ, ਜਾਂ ਕਈ ਇਹੋ ਜਿਹੇ ਨਿੱਕੇ ਨਿੱਕੇ ਪਹਿਲਾਂ ਉਹ ਸੈੱਲ ਜਿਹੜੇ ਆ ਬੰਦ ਹੀ ਪਏ ਹੈਗੇ, ਉਹ ਕੰਮ ਨਹੀਂ ਕਰ ਰਹੇ, ਉਹਨਾਂ ਨੂੰ ਐਕਟਿਵ ਕਰਨਾ ਚਾਹੀਦਾ ਹੈਗਾ, ਇਹ ਹੋਣਾ ਚਾਹੀਦਾ। ਅਤੇ ਹੋਰ ਇਹੋ ਜਿਹੀਆਂ ਬ੍ਰਾਂਚਿਸ ਬਣਨੀਆਂ ਚਾਹੀਦੀਆਂ, ਵਿਦਵਾਨਾਂ ਦੀਆਂ ਔਰਗੇਨਾਈਜੇਸ਼ਨਸ ਬਣਨੀਆਂ ਚਾਹੀਦੀਆਂ ਜਿਹੜੇ ਇਤਿਹਾਸ ਨੂੰ ਘੋਖਣ। ਖਾਸ ਕਰਕੇ ਤੁਸੀਂ ਜੇ ਆਪਦੇ ਇਤਿਹਾਸ ਨੂੰ ਨਹੀਂ ਬਚਾਓਗੇ ਤਾਂ ਹੋਰ ਕੌਣ ਬਚਾਊਗਾ? ਦੂਜੇ ਪਾਸੇ ਸਰਕਾਰੀ ਧਿਰ ਦੇਖੋ ਤੁਹਾਡੇ ਸੱਚ ਨੂੰ ਦਬਾਉਣ ਵਾਸਤੇ ਕੀ ਕੀਤੀ ਜਾ ਰਹੀ ਆ, ਕਿ ਬੜੀ ਇਹ ਮਤਲਬ ਮੰਦਭਾਗੀ ਗੱਲ ਆ ਕਿ ਜਿਹੜੇ ਕਿਤਾਬਾਂ ਪੜ੍ਹਨ ਦੇ ਦੋਸ਼ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ, ਸਿੱਖ ਇਤਿਹਾਸ ਪੜ੍ਹਨ ਦੇ ਜਾਂ ਕਿਤਾਬਾਂ ਪੜ੍ਹਨ ਦੇ ਦੋਸ਼ 'ਚ ਸਜ਼ਾਵਾਂ ਦਿੱਤੀਆਂ ਗਈਆਂ। ਕੋਈ ਗੀਤ ਰਾਹੀਂ, ਕਿਸੇ ਗੀਤ ਰਾਹੀਂ ਜਿਹੜਾ ਹੈਗਾ ਪੰਜਾਬ ਦੇ ਹਿੱਤਾਂ ਦੀ, ਸਿੱਖਾਂ ਦੇ ਹਿੱਤਾਂ ਦੀ ਗੱਲ ਕਰਦਾ ਹੈਗਾ, ਉਹਨੂੰ ਸਜ਼ਾਵਾਂ ਉਹਨਾਂ ਨੂੰ ਬੈਨ ਕੀਤਾ ਜਾਂਦਾ ਹੈਗਾ। ਅਤੇ ਇਸ ਕਿਸਮ ਦਾ ਉਹਨਾਂ ਨੇ ਐਟਮੋਸਫੀਅਰ ਬਣਾ ਛੱਡਿਆ ਵੀ ਕੋਈ ਵੀ ਘੱਟ ਗਿਣਤੀਆਂ ਦੇ ਹਿੱਤਾਂ ਦੀ ਗੱਲ, ਸਿੱਖਾਂ ਦੇ ਹਿੱਤਾਂ ਦੀ ਗੱਲ, ਪੰਜਾਬ ਦੇ ਹਿੱਤ ਦੀ ਗੱਲ ਹੋਣ ਹੀ ਨਹੀਂ ਦੇਣੀ ਗੀ। ਅਤੇ ਜੇ ਸਰਕਾਰ ਐਡੇ ਐਡੇ ਮਤਲਬ ਸਟੈਪ ਲੈ ਰਹੀ ਆ, ਅਤੇ ਸਾਡੀਆਂ ਸੰਸਥਾਵਾਂ ਨੂੰ ਇਹ ਸੋਚਣਾ ਚਾਹੀਦਾ ਵੀ ਅਸੀਂ ਆਪਦੇ ਹਿੱਤਾਂ ਦੀ ਰਾਖੀ ਕਿਵੇਂ ਕਰਨੀ ਆ, ਅਸੀਂ ਆਪਦੇ ਇਤਿਹਾਸ ਨੂੰ ਕਿਵੇਂ ਬਚਾਉਣਾ ਹੈ। ਦੂਜਾ ਮੈਂ ਨਾ ਜਿਹੜੀ ਗੱਲ ਕਰਨੀ ਚਾਹੁੰਦਾ ਇੱਕ ਇਤਿਹਾਸ ਬਾਰੇ ਖਾਸ ਕਰਕੇ, ਜਿਹਦੇ ਤੋਂ ਬਹੁਤ ਜ਼ਿਆਦਾ ਪਰਹੇਜ਼ ਕਰਨਾ ਚਾਹੀਦਾ। ਜਿਹੜੇ ਸਮੇਂ 'ਚ ਅਸੀਂ ਵਿਚਰ ਰਹੇ ਹੈਗੇ, ਮਾਡਰਨਿਟੀ ਦੇ ਸਮੇਂ 'ਚ, ਜਿਹੜਾ ਧਾਰਮਿਕ ਬਿਰਤੀ ਦਾ ਸਮਾਂ, ਸੈਕੂਲਰਿਜ਼ਮ ਦਾ ਸਮਾਂ, ਜਿਹੜਾ ਧਾਰਮਿਕ ਬਿਰਤੀ ਦਾ ਸਮਾਂ, ਇਹਦੇ 'ਚ ਤਰਕ ਪ੍ਰਧਾਨ ਚੀਜ਼ਾਂ ਸਾਰੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਮਤਲਬ ਪ੍ਰਮਾਣਿਕਤਾ ਉਹਨਾਂ ਨੂੰ ਦਿੱਤੀ ਜਾ ਰਹੀ ਆ, ਉਹਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਆ। ਸਾਡਾ ਇਤਿਹਾਸ ਤਰਕ ਬੇਸਡ ਕਦੇ ਵੀ ਨਹੀਂ ਗਾ। ਤੁਸੀਂ ਪੰਥ ਪ੍ਰਕਾਸ਼ ਪੜ੍ਹੋ, ਸੂਰਜ ਪ੍ਰਕਾਸ਼ ਪੜ੍ਹੋ, ਜਨਮ ਸਾਖੀਆਂ ਪੜ੍ਹੋ, ਅਸੀਂ ਫੇਥ ਬੇਸਡ ਆ। ਸਾਡਾ ਗੁਰੂ ਦਾ ਵਿਸ਼ਵਾਸ ਆ, ਅਤੇ ਉਹ ਸਾਖੀ ਦੀ ਫਾਰਮ ਅਸੀਂ ਮਤਲਬ ਉਹਦੇ ਜਿਵੇਂ ਆਂਖਣ ਦੇਖੀ ਪ੍ਰਗਟ ਕਰਨਾ, ਗੁਰੂ ਨੇ ਜੋ ਸਾਨੂੰ ਦੀਦਾਰ ਕਰਾਇਆ ਹੈਗਾ, ਉਹ ਰਹੱਸ ਜਿਹੜੇ ਅਸੀਂ ਉਹ ਇਤਿਹਾਸ ਰਾਹੀਂ ਪ੍ਰਗਟ ਕਰਨੇ। ਪ੍ਰੋਫੈਸਰ ਪੂਰਨ ਸਿੰਘ ਜੀ ਨੇ ਇਹਦੀ ਬਹੁਤ ਸੋਹਣੀਆਂ ਵਿਆਖਿਆਵਾਂ ਪੇਸ਼ ਕੀਤੀਆਂ। ਸਾਡੇ ਇਤਿਹਾਸ ਦੇ ਫਾਰਮੈਟ ਵੀ ਇਹੋ ਜਿਹੇ ਮਤਲਬ ਹੋਣੇ ਚਾਹੀਦੇ ਆ ਵੀ ਜਿਹੜੇ ਗੁਰਸਿੱਖ ਫਾਰਮੈਟ ਆ, ਜਿਹੜੇ ਸਿੱਖਾਂ ਦੇ ਟਰਡੀਸ਼ਨ ਦੇ ਵਿੱਚੋਂ, ਸਿੱਖਾਂ ਦੀ ਰਵਾਇਤ ਦੇ ਵਿੱਚੋਂ ਨਿਕਲੇ ਵੇ ਆ। ਅਦਰਵਾਈਜ਼ ਬਹੁਤ ਇੱਥੇ ਕਾਮਰੇਡ ਬਿਰਤੀ ਜਾਂ ਡੇਰਾ ਬਿਰਤੀ, ਕੋਈ ਢੱਡਰੀਆਂ ਵਾਲਾ ਜਾਂ ਹੋਰ, ਮੈਂ ਜਿਨ੍ਹਾਂ ਦੇ ਨਿੱਕੇ ਸੁੱਕਿਆਂ ਦੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਉਹਨਾਂ ਨੇ ਇੱਕ ਨਵੇਂ ਫਾਰਮੈਟ, ਜਾਂ ਸਰਕਾਰ ਇੱਕ ਫਾਰਮੈਟ ਬੜੇ ਬਣਾ ਰਹੀ ਹੈਗੀ ਆ, ਜਿਹੜੇ ਲੌਜੀਕਲ ਫਾਰਮੈਟ ਹੈਗੇ ਆ ਉਹ ਨਹੀਂ ਹੋਣੇ ਚਾਹੀਦੇ। ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਪਿੱਛੇ ਜੇ ਸੋਹਣੀਆਂ ਐਫਰਟਸ ਕੀਤੀਆਂ ਹੈਗੀਆਂ, ਇੱਕ ਮਤਲਬ
ਪੜ੍ਹੇ ਲਿਖੇ ਵਿਦਵਾਨ ਉਹ PhD ਦੇ ਸਟੂਡੈਂਟ ਹੈਗੇ ਆ, ਇੱਧਰ ਆਏ ਆ, ਉਹਨਾਂ ਦਾ ਪ੍ਰਚਾਰ 'ਚ ਵੀ ਤਜਰਬਾ ਹੈਗਾ ਅਤੇ ਉਹਨਾਂ ਨੂੰ ਐਫਰਟ ਕਰਨੀਆਂ ਚਾਹੀਦੀਆਂ। ਪਿੱਛੇ ਜੇ ਇਹਨਾਂ ਨੇ ਕਾਨਫਰੰਸ ਵੀ ਕੀਤੀ ਸੀਗੀ ਤਲਵੰਡੀ ਸਾਬੋ 'ਚ, ਸਿੱਖ ਇਤਿਹਾਸ ਕਾਨਫਰੰਸ, ਜਿਹੜੀ 30-35 ਸਾਲਾਂ ਬਾਅਦ ਹੋਈ ਸੀ। ਉਹੋ ਜਿਹੀਆਂ ਹੋਰ ਹੋਣੀਆਂ ਚਾਹੀਦੀਆਂ ਕਾਨਫਰੰਸਿਸ, ਅਤੇ ਖਾਸ ਕਰਕੇ ਕੋਈ ਸਿੱਖ ਇਤਿਹਾਸ ਲਿਖਣ ਬੋਰਡ ਬਣਨੇ ਚਾਹੀਦੇ ਹੈਗੇ ਆ। ਜਿਵੇਂ ਉਹਨਾਂ ਦੇ ਸੈਂਸਰ ਬੋਰਡ ਆ, ਸਾਡੇ ਸੈਂਸਰ ਬੋਰਡ ਬਣਨੇ ਚਾਹੀਦੇ ਆ ਵੀ ਜਿਹੜੀ ਵਲਗਰ ਚੀਜ਼ਾਂ ਇੱਥੇ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹੈਗੀਆਂ, ਪੰਜਾਬ ਨੂੰ ਪੋਲਿਊਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਲਚਰਲੀ, ਜਾਂ ਮਤਲਬ ਹੋਰ ਹਿਸਟੋਰੀਕਲੀ ਜਿਹੜੇ ਸਾਡੇ 'ਤੇ ਵਾਰ ਹੋ ਰਹੇ ਹੈਗੇ ਆ, ਉਹਨਾਂ ਦਾ ਵੀ ਨੋਟਿਸ ਲਿਆ ਜਾਵੇ। ਜਿਹੜੀਆਂ ਸਰਕਾਰਾਂ ਏਜੰਸੀਜ਼ ਸਾਡੇ ਬਾਰੇ ਮਾੜੇ ਕੰਮ ਕਰ ਰਹੀਆਂ ਹੈਗੀਆਂ, ਸਾਡੇ ਐਂਟੀ ਸਿੱਖ ਜਿਹੜੇ ਕੰਮ ਕੀਤੇ ਜਾ ਰਹੇ, ਉਹਨਾਂ ਦਾ ਵੀ ਨੋਟਿਸ ਲਵੇ, ਉਹਨਾਂ 'ਤੇ ਜਿਹੜਾ ਹੈਗਾ ਕਾਰਵਾਈਆਂ ਕਰੇ, ਅਤੇ ਆਪਣਾ ਇਤਿਹਾਸ ਲਿਖਣ ਦੀ ਪਰੰਪਰਾ ਨੂੰ ਜਿਉਂਦਾ ਰੱਖਣ ਵਾਸਤੇ ਵੀ ਪ੍ਰਬੰਧਕੀ ਪੱਧਰ 'ਤੇ ਜਾਂ ਜਿਹੜਾ ਪੰਥਕ ਆਰਗੇਨਾਈਜੇਸ਼ਨ ਦੇ ਪੱਧਰ 'ਤੇ ਕੰਮ ਹੋਣਾ ਚਾਹੀਦਾ ਹੈ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਮਾਂ ਕੱਢਿਆ। ਇਹਨੇ ਸਿਮਰਜੀਤ ਸਿੰਘ ਕੋਟਪੂਰਾ, ਵੀਡੀਓ ਜਰਨਲਿਸਟ ਅਰਸ਼ਪਿੰਦਰ ਸਿੰਘ ਨਾਲ ਜਸਵੀਰ ਸਿੰਘ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।